ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਨਾਲ ਜੁੜ ਚੁੱਕੇ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਹੀ ਸਰੋਤਿਆਂ ਦਾ ਮੈਂ ਜਸਪ੍ਰੀਤ ਸਿੰਘ ਕਰਦਾ ਹਾਂ ਜੀ ਸਵਾਗਤ। ਬਠਿੰਡਾ ਸਟੂਡੀਓ ਤੋਂ ਲਾਈਵ ਤੁਸੀਂ ਇਸ ਵਕਤ ਜੁੜ ਚੁੱਕੇ ਹੋ ਜੀ। ਅੱਜ ਤਰੀਕ ਹੈ 6 ਜੂਨ ਦੀ ਅਤੇ ਦਿਨ ਹੈ ਸੋਮਵਾਰ ਦਾ, ਅਤੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਅਸੀਂ ਗੱਲਬਾਤ ਕਰਨੀ ਹੈ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਨਾਲ। ਤੋਂ ਢਿੱਲੋਂ ਸਾਹਿਬ ਦਾ ਕਰਦੇ ਹਾਂ ਸਵਾਗਤ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ। ਜੀ ਢਿੱਲੋਂ ਸਾਹਿਬ, ਸੋ ਅੱਜ 6 ਜੂਨ ਹੈ ਜੀ, ਘੱਲੂਘਾਰਾ। ਸੋ ਬਹੁਤ ਵੱਡੀ ਤਰਾਸਦੀ ਵੀ ਹੈ ਅਤੇ ਇੱਕ ਬਹੁਤ ਵੱਡਾ ਜਿਹੜੀ ਘਟਨਾ ਹੈ ਸਾਡੇ ਸਿੱਖ ਇਤਿਹਾਸ ਦੀ ਵੀ ਅਤੇ ਮਾਨਵ ਇਤਿਹਾਸ ਦੇ ਪੂਰੇ ਦੀ ਗੱਲ ਕਰੀਏ ਤਾਂ ਘੱਲੂਘਾਰੇ ਦਿਵਸ ਦੀ ਅੱਜ ਬਰਸੀ ਹੈ ਜੀ, ਉਹਦੇ ਬਾਰੇ ਕੀ ਗੱਲ? ਬਿਲਕੁਲ ਜਸਪ੍ਰੀਤ, ਅੱਜ ਤੋਂ 38 ਵਰ੍ਹੇ ਪਹਿਲਾਂ ਜੀ ਜੂਨ ਦਾ ਪਹਿਲਾ ਹਫ਼ਤਾ ਹਾਂਜੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਵੀ ਸੀ। ਉਹਨਾਂ ਦਿਨਾਂ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਇਕੱਤਰ ਹੋਏ ਸੀ ਦਰਬਾਰ ਸਾਹਿਬ 'ਚ। ਜੀ ਟੈਨਸ਼ਨ ਕਾਫੀ ਸੀ। ਕੁਛ ਦਿਨ ਪਹਿਲਾਂ CRPF ਉੱਥੇ ਤਾਇਨਾਤ ਸੀ ਔਰ ਅਚਨਚੇਤ ਜਦੋਂ ਆਰਮੀ ਉੱਥੇ ਆਉਂਦੀ ਹੈ ਅਤੇ ਆਰਮੀ ਦੇ ਆਉਣ ਦੇ ਨਾਲ ਸਥਿਤੀ ਥੋੜ੍ਹੀ ਤਬਦੀਲ ਹੁੰਦੀ ਹੈ। ਜੀ ਟਿਕ ਟਿਕ ਕੇ ਗੋਲੀਬਾਰੀ ਚੱਲਦੀ ਹੈ। ਜਗਦੀਸ਼ ਕੁਮਾਰ ਜਾਂ ਜਗਦੀਸ਼ ਚੰਦਰ, ਐਗਜ਼ੈਕਟ ਹੁਣ ਮੇਰੇ ਨਾਂ ਯਾਦ ਨਹੀਂ ਆ ਰਿਹਾ ਕਿ ਇਹ ਦੂਰਦਰਸ਼ਨ ਦੇ ਨਿਊਜ਼ ਐਡੀਟਰ ਹੁੰਦੇ ਸੀ। ਅੱਛਾ ਜੀ। ਉਹਨਾਂ ਨੇ 1994 ਦੇ ਵਿੱਚ ਉਹਨਾਂ ਦੀ ਪੂਰੇ 10 ਦਿਨ 1 ਜੂਨ ਤੋਂ ਲੈ ਕੇ 10 ਜੂਨ 1994 ਤੱਕ ਲੜੀਵਾਰ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੇਖ ਲਿਖੇ ਸੀ। ਅੱਛਾ ਜੀ। ਮੈਂ ਉਹ ਲੇਖਾਂ ਨੂੰ ਪੜ੍ਹਿਆ ਸੀ। ਵੈਸੇ ਮੈਂ ਉਹਨਾਂ ਲੋਕਾਂ 'ਚੋਂ ਹਾਂ ਜਿਨ੍ਹਾਂ ਲੋਕਾਂ ਨੇ ਅਸੀਂ ਸਭ ਕੁਛ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਸੁਣਿਆ। ਅਸੀਂ ਉਸ ਦੁਖਾਂਤ ਦੇ ਵਿੱਚ ਦੀ ਗੁਜ਼ਰੇ ਹਾਂ। ਜੀ 1978 ਦਾ ਨਿਰੰਕਾਰੀ ਅਤੇ ਸਿੱਖਾਂ ਦੇ ਟਕਰਾਅ ਤੋਂ ਲੈ ਕੇ 1993, 94, 95 ਬੇਅੰਤ ਸਿੰਘ ਦੀ ਹੱਤਿਆ ਤੱਕ, ਉਹਦੇ ਕਤਲ ਤੱਕ ਜੋ ਕੁਛ ਦੇਖਿਆ ਸਾਰਾ ਕੁਛ ਆਪਣੇ ਕੋਲ ਦੀ ਟੱਪਿਆ ਹੋਇਆ। ਲੇਕਿਨ ਕਿਉਂਕਿ ਆਪਾਂ ਅੱਜ ਸਪੈਸ਼ਲੀ 6 ਜੂਨ ਦੀ ਗੱਲ ਕਰਦੇ ਹਾਂ ਤਾਂ ਜਗਦੀਸ਼ ਹੁਣੀ ਕਹਿੰਦੇ ਆ ਕਿ ਮੈਨੂੰ ਅਚਨਚੇਤ ਆਰਮੀ ਦੀਆਂ ਗੱਡੀਆਂ ਆਉਂਦੀਆਂ, ਜਲੰਧਰੋਂ ਉਹ ਮੈਨੂੰ ਪਿਕ ਕਰਦੇ ਹੈ, ਨਾਲ ਮੇਰਾ ਕੈਮਰਾਮੈਨ ਹੈ ਔਰ ਸਾਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਲਾਗੇ ਕਿਤੇ ਨੇੜੇ ਤੇੜੇ ਕੋਈ ਰੈਸਟ ਹਾਊਸ ਸੀ, ਉਸ ਰੈਸਟ ਹਾਊਸ ਦੇ ਵਿੱਚ ਠਹਿਰਾਇਆ ਜਾਂਦਾ ਹੈ। ਜੀ ਉਸ ਰੈਸਟ ਹਾਊਸ ਦੇ ਬਾਹਰ ਇੱਕ ਯੰਗ ਨੌਜਵਾਨ ਫੌਜੀ ਹੈ, ਜਵਾਨ, ਹੱਥ ਦੇ ਵਿੱਚ ਉਹਦੇ ਆਟੋਮੈਟਿਕ ਅਸਲਾ ਹੈ। ਕੈਰੀ ਕੈਰੀ ਗੋਲੀ ਚੱਲਦੀ ਹੈ, ਗੋਲੀਆਂ ਦੀ ਆਵਾਜ਼ ਆਉਂਦਾ ਅਤੇ ਉਹ ਬੇਚੈਨੀ ਮਹਿਸੂਸ ਕਰ ਰਿਹਾ। ਕਹਿੰਦਾ ਮੈਂ ਉਹਨੂੰ ਦੇਖ ਰਿਹਾ, ਉਹ ਬਹੁਤ ਬੇਚੈਨੀ ਮਹਿਸੂਸ ਕਰ ਰਿਹਾ ਅਤੇ ਬੇਚੈਨੀ ਮਹਿਸੂਸ ਕਰਦਿਆਂ ਕਦੇ ਉਹ ਆਵਾਸੀਆਂ ਲੈਂਦਾ, ਕਦੇ ਉਹ ਅੰਗੜਾਈਆਂ ਲੈਂਦਾ। ਉਸੇ ਸਮੇਂ ਦੌਰਾਨ ਇੱਕ ਹੋਰ ਫੌਜੀ ਅਫਸਰ ਆਉਂਦਾ ਹੈ, ਉਹਦੀ ਰਾਈਫਲ ਉਹ ਫੜਦਾ ਹੈ, ਉਹਨੂੰ ਡਿਊਟੀ ਤੋਂ ਲਾਂਭੇ ਕਰ ਦਿੰਦਾ ਅਤੇ ਉਹਦੀ ਥਾਂ 'ਤੇ ਡਿਊਟੀ 'ਤੇ ਕੋਈ ਹੋਰ ਆ ਜਾਂਦਾ ਹੈ। ਉੱਥੋਂ ਗੱਲ ਸ਼ੁਰੂ ਕਰਦਾ ਅਤੇ ਗੱਲ ਉਹਦੀ ਬੰਦ ਹੁੰਦੀ ਹੈ। ਟੋਟਲ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਉਹਦੇ ਵਿੱਚ ਉਹਨਾਂ ਦਿਨਾਂ ਦੀ ਕਥਾ ਹੈ ਸਾਰੀ। ਮੈਂ ਉਹਨੂੰ ਕਥਾ ਕਹੂੰਗਾ, ਕਥਾ ਹੈ। ਔਰ ਉਹਨੇ 1984 ਦੇ ਵਿੱਚ ਇੱਕ ਕੰਮ ਹੋਇਆ ਸੀ ਅਤੇ ਉਹਨੇ ਇੱਕ ਕਥਾ 1994 ਦੇ ਵਿੱਚ ਲਿਖੀ ਸੀ 10 ਸਾਲਾਂ ਬਾਅਦ, ਤਾਂ ਕਿ ਉਦੋਂ ਤੱਕ ਥੋੜ੍ਹੇ ਜ਼ਖਮ ਹੈ ਜਿਹੜੇ ਉਹ ਅੱਠਰ ਜਾਣ। ਲੇਕਿਨ ਇਹ ਦੁਖਾਂਤ ਅਜਿਹੇ ਹੁੰਦੇ ਆ ਜਿਨ੍ਹਾਂ ਦੇ ਜ਼ਖਮ ਕਦੇ ਅੱਠਰਦੇ ਨਹੀਂ। ਜੀ ਤਾਂ ਅਲਟੀਮੇਟਲੀ ਉਹ ਕਹਿੰਦਾ ਕਿ ਮੈਂ ਆਖਰੀ ਸਮੇਂ ਦੇ ਉੱਤੇ ਜਿਸ ਵੇਲੇ ਅਸੀਂ ਵੀਡੀਓਗ੍ਰਾਫੀ ਕਰਦੇ ਸੀ, ਆਰਮੀ ਵਾਲੇ ਮੈਨੂੰ ਇਕੱਲੇ ਕਮਰੇ 'ਚ ਲੈ ਜਾਂਦੇ ਆ, ਇਕੱਲੀ ਜਗ੍ਹਾ 'ਚ ਲੈ ਜਾਂਦੇ ਆ ਅਤੇ ਅਸੀਂ ਵੀਡੀਓਗ੍ਰਾਫੀ ਕਰਦੇ ਹਾਂ। ਅਤੇ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਦੀ ਬੋਡੀ ਪਈ ਸੀ, ਉਸ ਥਾਂ ਦੇ ਉੱਤੇ ਵੀ ਲੈ ਜਾਂਦੇ ਅਤੇ ਅਸੀਂ ਉਹਦੀ ਵੀ ਵੀਡੀਓਗ੍ਰਾਫੀ ਕਰਦੇ। ਅਤੇ ਕਹਿੰਦਾ ਮੈਂ ਚਰਨਾਂ ਵਾਲੇ ਪਾਸੇ ਖੜ੍ਹਾ ਹੋ ਕੇ ਨਤਮਸਤਕ ਕੀਤੀ, ਉਹਨਾਂ ਨੂੰ ਮੈਂ ਮੱਥਾ ਟੇਕਿਆ। ਤਾਂ ਜਿਹੜਾ ਇੱਕ ਮਿਲਟਰੀ ਆਫਿਸਰ ਸੀ ਉਹਨੇ ਮੈਨੂੰ ਪੁੱਛਿਆ ਵੀ ਤੂੰ ਮੱਥਾ ਇਹਨੂੰ ਕਿਉਂ ਟੇਕਦਾ? ਜੀ ਕਹਿੰਦਾ ਮੈਂ ਕਿਹਾ ਸੀ ਵੀ ਮੈਂ ਇੱਕ ਮਨੁੱਖ ਨੂੰ ਅਲਵਿਦਾ ਕਹਿੰਦਾ। ਅੱਛਾ। ਮੋਰ ਓਵਰ ਮੈਨੂੰ ਮੌਕਾ ਮਿਲਿਆ ਇਸ ਸੰਤ ਨੂੰ ਮਿਲਣ ਦਾ ਅਤੇ ਮੇਰੇ ਨਾਲ ਇਹਦਾ ਬਿਹੇਵੀਅਰ ਬੜਾ ਵਧੀਆ ਰਿਹਾ, ਬੜਾ ਸ਼ਾਨਦਾਰ ਰਿਹਾ। ਇਹ ਹੁਣ ਇਸ ਦੁਨੀਆ 'ਚ ਨਹੀਂ ਅਤੇ ਮੈਂ ਇਹਦੇ ਦਰਸ਼ਨ ਕਰਦਾ ਅਤੇ ਮੈਂ ਇਹਨੂੰ ਅੰਤਮ ਸਲਾਮ ਕਰਦਾ। ਜੀ ਫਿਰ ਉਹਨੇ ਜ਼ਿਕਰ ਕੀਤਾ ਆਪਣੀ ਉਸ ਗੱਲ ਦੇ ਵਿੱਚ ਕਿ ਭਾਵੇਂ ਮਿਲਟਰੀ ਅਫਸਰ ਕੁਝ ਔਖਾ ਸੀ, ਪਰ ਕਹਿੰਦਾ ਵੀ ਮੈਂ 2-3 ਵਾਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਮਿਲਿਆ, ਵਿਚਕਾਰਲੇ ਬੰਦਿਆਂ ਦੇ ਰਾਹੀਂ ਸਮਾਂ ਲਿਆ ਅਤੇ ਸਮਾਂ ਲੈਣ ਤੋਂ ਬਾਅਦ ਜਿਹੜਾ ਮੈਨੂੰ ਸਮਾਂ ਮਿਲਿਆ ਅਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ। ਉਸ ਗੱਲਬਾਤ ਦੇ ਵਿੱਚ ਕਹਿੰਦਾ ਵੀ ਉਹਨਾਂ ਨੇ ਆਪਣਾ ਪੱਖ ਰੱਖਿਆ, ਮੈਂ ਆਪਣਾ ਪੱਖ ਰੱਖਿਆ। ਲਾਸਟ ਦਿਨਾਂ ਦੇ ਵਿੱਚ ਕਹਿੰਦਾ ਵੀ ਜਦੋਂ ਬਹੁਤੀ ਮਾਰ ਧਾੜ ਸ਼ੁਰੂ ਹੋ ਗਈ ਸੀ, ਫਿਰ ਮੈਨੂੰ ਮੌਕਾ ਮਿਲਿਆ ਅਤੇ ਮੈਂ ਗਿਆ ਅਤੇ ਮੈਂ ਕਿਹਾ ਵੀ ਸੰਤ ਜੀ ਤੁਹਾਡੀ
ਵਾਈਟ ਚਾਹੀਦੀ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਵਾਈਟ ਵੀ ਕਰ ਲਈ ਸੀ, ਕੁਝ ਹੋਰ ਲੋਕਾਂ ਦੀ ਵੀ ਕਰ ਲਈ ਸੀ ਅਤੇ ਉਹਨਾਂ ਦੀ ਵੀ ਕਰਨੀ ਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਜਿਹੜੀ ਅਧਿਕਾਰੀਆਂ ਦਾ ਹੁਕਮ ਸੀ ਕਿ ਜਿਹੜੀ ਹੈ ਗੋਲੀਬੰਦੀ ਬੰਦ ਕਰਾਉਣ ਵਾਸਤੇ, ਜਿਹੜੀ ਕਤਲੋਗਾਰਤ ਨਿੱਤ ਹੁੰਦੀ ਹੈ ਉਹਨੂੰ ਬੰਦ ਕਰਾਉਣ ਵਾਸਤੇ ਉਹਨਾਂ ਦੀ ਅਪੀਲ ਵੀ ਚਾਹੀਦੀ ਹੈ ਸੰਤ ਭਿੰਡਰਾਂ ਵਾਲਿਆਂ ਦੀ। ਜਦੋਂ ਕਹਿੰਦਾ ਮੈਂ ਜਾ ਕੇ ਕਿਹਾ ਜੀ ਤੁਹਾਡੀ ਅਪੀਲ ਚਾਹੀਦੀ ਹੈ, ਅਤੇ ਕਹਿੰਦੇ ਉਹਨੇ ਮੈਨੂੰ ਕਿਹਾ ਪੰਡਤਾ ਜੋ ਕੁਛ ਮੈਂ ਬੋਲੂੰਗਾ ਉਹੀ ਕੁਛ ਪ੍ਰਸਾਰਿਤ ਹੋਊਗਾ ਕਿ ਨਹੀਂ। ਅੱਛਾ ਜੀ। ਜੇ ਉਹ ਪਹਿਲਾਂ ਪੁੱਛ ਲਾ ਤੂੰ ਕਹਿੰਦਾ ਆਪਦੀ ਪ੍ਰਧਾਨ ਮੰਤਰੀ ਤੋਂ, ਜੇ ਉਹਦੇ 'ਚ ਕੱਟ ਵੱਢ ਹੋਣੀ ਹੈ ਤਾਂ ਮੈਂ ਬਿਲਕੁਲ ਨਹੀਂ ਬੋਲੂੰਗਾ, ਅਤੇ ਜੇ ਮੈਂ ਬੋਲੂੰਗਾ ਤਾਂ ਫਿਰ ਤੁਹਾਨੂੰ ਹੂ ਹੂ ਕਹਿਣਾ ਪੈਣੇ। ਅੱਛਾ। ਕਹਿੰਦਾ ਮੈਂ ਉਹਨੂੰ ਕਿਹਾ ਜੀ ਬਿਲਕੁਲ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਕੱਟ ਵੱਢ ਨਹੀਂ ਹੋਊ, ਜੇ ਤੁਹਾਡੀ ਵਾਈਟ ਚੱਲੂਗੀ ਤਾਂ ਪੂਰੀ ਚੱਲੂਗੀ। ਅਤੇ ਉਸ ਵੇਲੇ ਵੀ ਕਹਿੰਦਾ ਵੀ ਸੰਤਾਂ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਹਰ ਬੰਦਾ ਜਿਹੜਾ ਨਜਾਇਜ਼ ਮਰਦਾ ਹੈ, ਚਾਹੇ ਉਹ ਖਾੜਕੂਆਂ ਦੀ ਗੋਲੀ ਨਾਲ ਮਰਦਾ, ਚਾਹੇ ਉਹ ਪੁਲਿਸ ਦੀ ਗੋਲੀ ਨਾਲ ਮਰਦਾ ਹੈ, CRPF ਜਾਂ ਆਰਮੀ ਦੀ ਗੋਲੀ ਨਾਲ ਮਰਦਾ ਹੈ, ਇਹ ਜਿਹੜੀ ਹੈਗੀਆਂ ਜਿਹੜੀਆਂ ਹੱਤਿਆਵਾਂ, ਜਿਹੜੀਆਂ ਇਹ ਲੋਕਾਂ ਦੇ ਮਰਾਉਣ ਦਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ। ਕਹਿੰਦਾ ਵੀ ਜਿੰਨਾ ਉਹਨਾਂ ਨੂੰ ਵਧਾ ਕੇ ਪੇਸ਼ ਕੀਤਾ ਜਾ ਰਿਹਾ ਸੀ ਜੀ ਉਹ ਇਸ ਕਿਸਮ ਦਾ, ਕਹਿੰਦਾ ਬਿਲਕੁਲ ਨਹੀਂ ਸੀ। ਸੋ ਮੈਂ ਕਹਿੰਦਾ ਉਹ ਗੱਲ ਕੀਤੀ ਅਤੇ 38 ਵਰ੍ਹੇ ਬੀਤ ਗਏ। ਅੱਜ ਸਵੇਰੇ ਵੀ 6 ਜੂਨ ਜਦੋਂ ਆ ਗਿਆ ਅਤੇ ਮੈਂ ਉਹ ਸਾਰਾ ਕੁਛ ਪੜ੍ਹਿਆ ਸੀ। ਸ਼ਾਇਦ ਹੁਣ ਮੇਰੇ ਖਿਆਲ ਮੁਤਾਬਕ ਦੀਵਾਨਾ ਪਿੰਡ ਹੈ, ਪਰ ਦੀਵਾਨਾ ਕੋਈ ਬੁੱਕ ਸ਼ਾਪ ਹੈ, ਲਾਇਬ੍ਰੇਰੀ ਵੀ ਹੈਗੀ ਹੈ ਉੱਥੇ, ਲਾਇਬ੍ਰੇਰੀ ਵੀ ਹੈਗੀ ਹੈ। ਕੱਲ੍ਹ ਜਾਂ ਪਰਸੋਂ ਹੀ ਮੈਂ ਕਿਤੇ ਦੇਖਿਆ ਸੀ ਕਿ ਉਹਨਾਂ ਨੇ ਉਹ ਕਿਤਾਬ ਛਾਪੀ ਹੈ। ਅੱਛਾ ਜੀ। ਉਹ ਜਿਹੜਾ ਜਗਦੀਸ਼ ਚੰਦਰ ਜਾਂ ਜਗਦੀਸ਼ ਕੁਮਾਰ ਉਹਨਾਂ ਨੇ ਜਿਹੜੀ ਉਹ ਕੁਛ ਲਿਖਿਆ ਸੀ ਅਤੇ ਉਹਨਾਂ ਨੇ ਉਹ ਕਿਤਾਬ ਛਾਪੀ ਹੋਈ ਹੈ। ਸ਼ਾਇਦ ਨਾਲ ਕਿਸੇ ਨੇ ਕੁਛ ਹੋਰ ਵੀ ਛਾਪਤਾ ਹੋਵੇ, ਠੀਕ ਹੈ, ਪਰ ਉਹ ਜਿਹੜਾ 10 ਕਿਸ਼ਤਾਂ ਦੇ ਵਿੱਚ ਛਾਪਿਆ ਸੀ ਉਹ ਅਸਲੀ ਵਰਣਨ ਹੈ। ਸੋ ਜਸਪ੍ਰੀਤ ਜਿਹੜਾ ਉਹ ਦੁਖਾਂਤ ਹੈ, ਉਸ ਦੁਖਾਂਤ ਦਾ ਭੰਨਿਆ ਪੰਜਾਬ ਅੱਜ ਤੱਕ ਰਾਸ ਨਹੀਂ ਆਇਆ। ਬਿਲਕੁਲ ਜੀ। ਗੈਰ ਸਰਕਾਰੀ ਅੰਕੜੇ ਬਾਹਲੇ ਦੱਸਦੇ ਕਿ ਬਹੁਤੇ ਜ਼ਿਆਦਾ ਲੋਕ ਮਰੇ ਹੈ। ਜਿਹੜੇ ਆਪਣੇ ਸਰਕਾਰੀ ਅੰਕੜੇ ਆ ਉਹ 25,000 ਦੀ ਗਿਣਤੀ ਦੱਸਦੇ ਹੈ ਕਿ ਚਾਹੇ ਖਾੜਕੂਆਂ ਦੇ ਹੱਥੋਂ ਮਰੇ, ਚਾਹੇ ਪੁਲਿਸ ਦੇ ਹੱਥੋਂ ਮਰੇ, ਜੋ ਵੀ ਮਰੇ ਹੈ ਮਰੇ ਵੀ ਪੰਜਾਬੀ ਹੈ ਅਤੇ ਮਾਰੇ ਵੀ ਪੰਜਾਬੀਆਂ ਨੇ। ਉਹ ਹਿੰਦੂ, ਸਿੱਖ, ਮੁਸਲਮਾਨ ਉਹਦੇ ਵਿੱਚ ਸਾਰੇ ਸੀ ਜੀ। ਲੇਕਿਨ ਜਿਹੜੇ ਆਮ ਜਿਹੜੀ ਜੈਨੂਅਨ ਜੀ ਗਿਣਤੀ ਹੈ, ਜੈਨੂਅਨ ਜੀ ਗਿਣਤੀ ਜਿਹੜੇ ਕੁਛ ਜਿਹਨਾਂ ਲੋਕਾਂ ਨੇ ਕੰਮ ਕੀਤਾ ਇਹਦੇ 'ਤੇ, ਉਹ ਦੱਸਦੇ ਆ ਵੀ 35-37 ਹਜ਼ਾਰ ਬੰਦਾ ਉਸ ਵੇਲੇ ਮਾਰਿਆ ਗਿਆ ਸੀ ਉਸ ਘੱਲੂਘਾਰੇ ਦੇ ਦੌਰਾਨ। ਇਸੇ ਕਰਕੇ ਇਹਨੂੰ ਘੱਲੂਘਾਰਾ ਰੱਖੇ ਨੇ। ਅਤੇ ਉਹਦਾ ਸਭ ਤੋਂ ਖਤਰਨਾਕ ਜਿਹੜਾ ਪੜਾਅ ਹੈ ਉਹ ਸੀ 6 ਜੂਨ ਨੂੰ ਜਦੋਂ ਆਪਰੇਸ਼ਨ ਬਲੂ ਸਟਾਰ ਜਿਹੜਾ ਸਮਾਪਤ ਹੁੰਦਾ ਹੈ। ਇੱਕ ਮੁਕੱਦਸ ਜਗ੍ਹਾ, ਪਵਿੱਤਰ ਜਗ੍ਹਾ, ਅਕਾਲ ਤਖਤ ਸਾਹਿਬ ਦਾ ਢਹਿ ਢੇਰੀ ਹੋ ਜਾਣਾ, ਨੁਕਸਾਨਿਆ ਜਾਣਾ ਸਰਾਵਾਂ ਦਾ, ਦਰਬਾਰ ਸਾਹਿਬ ਦੇ ਵਿੱਚ ਵੀ ਕੁਝ ਗੋਲੀਆਂ ਲੱਗ ਜਾਣੀਆਂ ਵਗੈਰਾ ਵਗੈਰਾ। ਦੁਖਾਂਤ ਬਹੁਤ ਵੱਡਾ ਹੈ। ਕਾਮਨਾ ਕਰਦੇ ਹਾਂ ਕਿ ਪੰਜਾਬ ਨੂੰ ਮੁੜ ਕੇ ਇਹ ਦਿਨ ਨਾ ਦੇਖਣੇ ਪੈਣ, ਅਤੇ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਪੰਜਾਬ ਫੇਰ ਜਿਹੜਾ ਹੈਗਾ ਆਪਣੀਆਂ ਪਹਿਲੀਆਂ ਬੁਲੰਦੀਆਂ ਤੋਂ ਹੋਵੇ। ਪਰ ਮੇਰਾ ਮੰਨਣਾ ਹੈ ਕਿ ਜਿਹੜੀ ਪੰਜਾਬ ਦੀ ਦੁਰਦਸ਼ਾ ਹੋਈ ਹੈ, 3 ਲੱਖ ਕਰੋੜ ਰੁਪਈਏ ਤੋਂ ਸਾਡੇ ਸਿਰ ਉੱਪਰ ਕਰਜ਼ਾ ਹੈ। ਹਰ ਨਵਾਂ ਬੱਚਾ ਜਿਹੜਾ ਪੈਦਾ ਹੋਣਾ ਹੈ ਉਹਦੇ ਸਿਰ ਦੇ ਉੱਤੇ ਕਰਜ਼ਾ ਹੀ ਕਰਜ਼ਾ ਹੈ। ਸਰਕਾਰੀ ਕਰਜ਼ਾ, ਸਾਰੇ ਲੋਕਾਂ 'ਤੇ ਕਰਜ਼ਾ ਹੁੰਦਾ ਹੈ। ਅਤੇ ਜੇ ਇਸ ਕਰਜ਼ੇ ਦੀ ਆਪਾਂ ਦੇਖੀਏ ਸ਼ੁਰੂਆਤ ਕਿੱਥੋਂ ਹੁੰਦੀ ਹੈ, ਸ਼ੁਰੂਆਤ ਇਹਦੀ ਹੁੰਦੀ ਹੈ ਉਸ ਕਾਲੇ ਦੌਰ ਦੇ ਵਿੱਚੋਂ, ਕਿਉਂਕਿ ਉਦੋਂ ਜਿਹੜੀਆਂ ਸਿਕਿਉਰਿਟੀ ਫੋਰਸਿਸ ਇੱਥੇ ਆਈਆਂ ਸੀ ਉਹਨਾਂ ਦੀਆਂ ਤਨਖਾਹਾਂ ਵਗੈਰਾ ਵੀ ਅਸੀਂ ਦਿੰਦੇ ਹੁੰਦੇ ਸੀ। ਔਰ ਉਸ ਵੇਲੇ ਕਿਹਾ ਜਾਂਦਾ ਸੀ ਕਿ ਪੰਜਾਬ ਦੇਸ਼ ਦੀ ਜੰਗ ਲੜ ਰਿਹਾ ਹੈ। ਮਰੇ ਵੀ ਪੰਜਾਬ ਦੇ ਲੋਕ, ਦੇਸ਼ ਦੀ ਜੰਗ ਵੀ ਪੰਜਾਬ ਲੜ ਰਿਹਾ ਹੈ। ਪੰਜਾਬ 'ਚ ਸ਼ਾਂਤੀ ਸਥਾਪਿਤ ਕਰਨ ਵਾਸਤੇ ਲੜਨ ਵਾਲਿਆਂ ਨੂੰ ਜੇ ਮੰਨ ਲਈਏ, ਲੜਨ ਵਾਲਿਆਂ ਦੀ ਮਦਦ ਕਰਨ ਵਾਸਤੇ ਸਿਕਿਉਰਿਟੀ ਫੋਰਸਿਸ ਸੈਂਟਰ ਦੇ ਵਿੱਚੋਂ ਭੇਜੀਆਂ ਗਈਆਂ। ਸੈਂਟਰ ਨੇ ਭੇਜਿਆ ਹੈ ਇਸ ਮੁਲਕ ਨੂੰ ਇੱਕ ਮੁੱਠ ਰੱਖਣ ਵਾਸਤੇ, ਲੇਕਿਨ ਉਹ ਕਰਜ਼ਾ ਸਾਰੇ ਦਾ ਸਾਰਾ ਪੰਜਾਬ ਦੇ ਸਿਰ ਪਾਤਾ ਸੀ। ਅਤੇ 1980 ਦੇ ਵਿੱਚ ਜਿਹੜਾ ਪੰਜਾਬ ਨੰਬਰ 1 'ਤੇ ਹੁੰਦਾ ਸੀ, ਅੱਜ ਤਾਂ ਸ਼ਰਮ ਆਉਂਦੀ ਹੈ ਜੇ ਆਪਾਂ ਇਹ ਦੱਸੀਏ ਕਿ ਅਸੀਂ ਪਛੜ ਕੇ ਕਿੱਥੇ ਨੀਚੇ ਤੱਕ ਚਲੇ ਗਏ, ਸਾਡਾ ਕਿੱਥੋਂ ਤੱਕ ਚਲਾ ਗਿਆ। ਇਹ ਉਸ ਦੁਖਾਂਤ ਦਾ ਹੀ ਨਤੀਜਾ ਹੈ ਜਿਹੜੇ ਹਾਲਾਤਾਂ ਨੂੰ ਅਸੀਂ ਅੱਜ ਭੁਗਤ ਰਹੇ ਹਾਂ। ਸੋ ਆਪਾਂ ਕਾਮਨਾ ਕਰਦੇ ਹਾਂ ਕਿ ਮੁੜ ਕੇ ਉਹੋ ਜਿਹੇ ਦਿਨ ਨਾ ਆਉਣ। ਬਿਲਕੁਲ ਜੀ। ਔਰ ਜੋ ਲੋਕ ਇਸ ਸਾਰੇ ਸਮੇਂ ਦੇ ਦੌਰਾਨ ਸਾਥੋਂ ਵਿਛੜੇ ਹੈ, ਕਿਉਂਕਿ ਬੰਦਾ ਕਿਸੇ ਦੀ ਗੋਲੀ ਨਾਲ ਕੋਈ ਵੀ ਮਰ ਜੇ, ਮਰਨ ਵਾਲਾ ਮਰ ਜਾਂਦਾ ਹੈ, ਮਾਰਨ ਵਾਲਾ ਮਾਰ ਦਿੰਦਾ ਹੈ, ਲੇਕਿਨ ਜਿਹੜੇ ਪਰਿਵਾਰ ਹੁੰਦੇ, ਜਿਹੜਾ ਪਰਿਵਾਰਾਂ ਨੂੰ ਸੰਤਾਪ ਭੁਗਤਣਾ ਪੈਂਦਾ ਨਾ, ਇਹ ਉਹ ਪਰਿਵਾਰ ਹੀ ਜਾਣਦੇ ਜਿਹਨਾਂ ਨੂੰ ਸੰਤਾਪ ਭੁਗਤਣਾ ਪੈਂਦਾ ਹੈ। ਜਿਹੜੇ ਲੋਕ ਦੁਖੀ ਹੈ, ਜਿਹੜੇ ਲੋਕ ਪੀੜਿਤ ਹੈ, ਅਸੀਂ ਉਹਨਾਂ ਦੀ ਪੀੜਾ ਦੇ ਵਿੱਚ ਸ਼ਰੀਕ ਹੁੰਦੇ ਹਾਂ। ਸਮਾਂ ਭਾਵੇਂ ਬਹੁਤ ਹੋ ਗਿਆ, ਲੇਕਿਨ ਹਰ ਸਾਲ ਜਦੋਂ 1 ਜੂਨ ਤੋਂ 6 ਜੂਨ ਤੱਕ ਦਾ ਸਮਾਂ ਆਉਂਦਾ, ਜਿਹਨੂੰ ਅਸੀਂ ਘੱਲੂਘਾਰਾ ਸਪਤਾਹ ਕਹਿੰਦੇ ਹਾਂ, ਉਦੋਂ ਫਿਰ ਸਾਰੇ ਜ਼ਖਮ ਜਿਹੜੇ ਦੁਬਾਰਾ ਫਿਰ ਉੱਠ ਕੇ ਖੜੇ ਹੋ ਜਾਂਦੇ। ਬਿਲਕੁਲ ਜੀ। ਇਸ ਦੇ ਨਾਲ ਹੀ ਰੇਡੀਓ ਪੰਜਾਬ ਟੂਡੇ ਵੱਲੋਂ ਵੀ ਘੱਲੂਘਾਰੇ ਦੇ ਦੌਰਾਨ ਮਾਰੇ ਗਏ ਸਾਰੇ ਹੀ
ਸ਼ਹੀਦਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ, ਪੀੜਤਾਂ ਨੂੰ ਸ਼ਰਧਾਂਜਲੀ ਵੀ ਭੇਂਟ ਕਰਦੇ ਹਾਂ ਅਤੇ ਅਸੀਂ ਬਹੁਤ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਅਤੇ ਇਸੇ ਦੌਰਾਨ ਢਿੱਲੋਂ ਸਾਹਿਬ ਖਬਰ ਇਹ ਵੀ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਨਾਲ ਮੀਟਿੰਗ ਕਰਦੇ ਜੀ ਬੰਦ ਕਮਰਾ। ਸੋ ਕਿ ਉਸ ਮੀਟਿੰਗ ਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਮੀਟਿੰਗ ਕਿਹਾ ਤਾਂ ਇਹ ਗਿਆ ਕਿ ਅਚਨਚੇਤ ਮੀਟਿੰਗ ਦਾ ਪ੍ਰੋਗਰਾਮ ਬਣਿਆ, ਲੇਕਿਨ ਅਚਨਚੇਤ ਨਹੀਂ ਸੀ ਬਣਿਆ। ਫਿਰ ਕੁਛ ਲੋਕਾਂ ਨੇ ਇਹ ਵੀ ਜੋੜਿਆ ਵੀ ਕਿਉਂਕਿ ਘੱਲੂਘਾਰਾ ਸਪਤਾਹ ਹੈ, 6 ਜੂਨ ਦਾ ਦਿਨ ਹੈ, ਕੋਈ ਗੜਬੜ ਨਾ ਹੋਵੇ, ਇਸ ਮੁੱਦੇ ਬਾਰੇ ਵਿਚਾਰ ਚਰਚਾ ਕਰਨ ਵਾਸਤੇ ਮਾਨ ਸਾਹਿਬ ਗਏ ਹੈ ਜੀ। ਇਹ ਵੀ ਗੱਲ ਨਹੀਂ, ਮਾਨ ਸਾਹਿਬ ਦੀ ਮੁਲਾਕਾਤ ਤੇ ਜਥੇਦਾਰ ਸਾਹਿਬ ਦੀ ਮੁਲਾਕਾਤ ਹੁੰਦੀ ਹੈ ਦੋਨਾਂ ਦੀ ਇਕੱਲਿਆਂ ਦੀ। ਕਾਫੀ ਲੰਬੀਆਂ ਚੌੜੀਆਂ ਗੱਲਾਂ ਬਾਤਾਂ ਹੁੰਦੀਆਂ ਜੀ। ਉਹਨਾਂ ਗੱਲਾਂ ਬਾਤਾਂ ਦੀ ਤਫਸੀਲ ਨਾ ਤਾਂ ਮਾਨ ਸਾਹਿਬ ਨੇ ਜਾਂ ਸਰਕਾਰੀ ਬੁਲਾਰੇ ਨੇ ਦਿੱਤੀ ਹੈ ਔਰ ਨਾ ਹੀ ਸਿੰਘ ਸਾਹਿਬ ਦੇ ਕਿਸੇ ਸਪੋਕਸਪਰਸਨ ਨੇ ਦਿੱਤੀ ਹੈ। ਹਾਂ, ਉਹਨਾਂ ਦੇ ਪੀਏ ਨੇ ਇੱਕ ਗੱਲ ਕਹੀ ਸੀ ਕਿ ਜੀ 1-to-1 ਮੀਟਿੰਗ ਹੋਈ ਹੈ। ਅੱਛਾ ਜੀ। ਮੀਟਿੰਗ ਉਸਾਰੂ ਰਹੀ ਹੈ, ਬਹੁਤ ਵਧੀਆ ਉਸਾਰੂ ਰਹੀ ਹੈ, ਲੇਕਿਨ ਜੇ ਆਪਾਂ ਦੇਖੀਏ ਵੀ ਇਹਦਾ ਮੀਟਿੰਗ ਦਾ ਕਾਰਨ ਕੀ ਹੈ, ਫਿਰ ਆਪਾਂ ਨੂੰ ਪਿਛਾਂਹ ਵੱਲ ਜਾਣਾ ਪੈਣਾ। ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਸਰਦਾਰ ਭਗਵੰਤ ਸਿੰਘ ਮਾਨ ਬਣੇ ਹੈ ਮੁੱਖ ਮੰਤਰੀ। ਹਾਂਜੀ। ਔਰ ਉਹ ਤੋਂ ਬਾਅਦ ਫਿਰ ਥੋੜ੍ਹੀ ਜਿਹੀ ਜਿਹੜੀ ਹੈ VIP ਕਲਚਰ ਨੂੰ ਖਤਮ ਕਰਨ ਦੇ ਇਹਨਾਂ ਨੇ ਯਤਨ ਕੀਤੇ ਸੀ। ਬਿਲਕੁਲ। ਇਹਨਾਂ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੇ ਸਿੰਬਲ ਆਫ ਸਟੇਟਸ ਵਜੋਂ ਸਿਕਿਉਰਿਟੀ ਨਾਲ ਰੱਖੀ ਹੈ, ਜਿਨ੍ਹਾਂ ਨੇ ਆਪਣਾ ਰੋਹਬ-ਦਾਬ ਬਰਕਰਾਰ ਰੱਖਣ ਵਾਸਤੇ ਜਾਂ ਜਨਤਾ ਦੇ ਉੱਤੇ ਦਾਬਾ ਪਾਉਣ ਵਾਸਤੇ ਆਪਣੀ ਸਿਕਿਉਰਿਟੀ ਰੱਖੀ ਹੈ, ਅਸੀਂ ਉਹਨਾਂ ਸਾਰਿਆਂ ਬੰਦਿਆਂ ਦੀ ਸਿਕਿਉਰਿਟੀ ਵਾਪਸ ਲੈਣੀ ਹੈ ਜੀ। ਹੁਣ ਤੱਕ ਜਿਹੜੀ ਹੈਗੀ ਹੈ 3 ਪੜਾਵਾਂ ਦੇ ਵਿੱਚ ਸਿਕਿਉਰਿਟੀ ਵਾਪਸ ਲਈ ਗਈ ਹੈ, ਅਤੇ ਜਿਹੜਾ ਲਾਸਟ ਪੜਾਅ ਸੀ ਉਹਦੇ ਵਿੱਚ ਕਹਿੰਦੇ ਵੀ 424 ਬੰਦਿਆਂ ਦੀ ਸਿਕਿਉਰਿਟੀ ਜਿਹੜੀ ਹੈਗੀ ਹੈ ਘਟਾਈ ਗਈ ਹੈ ਜਾਂ ਲਈ ਗਈ ਹੈ ਵਾਪਸ ਜੀ। 424 ਬੰਦਿਆਂ ਦੇ ਵਿੱਚ ਮਰਹੂਮ ਸਿੱਧੂ ਮੂਸੇਵਾਲਾ ਵੀ ਸੀਗੇ ਜੀ। ਉਹਨਾਂ ਦੀ ਵੈਸੇ ਮੇਰਾ ਮੰਨਣਾ ਕਿ ਜੇ ਉਹਨਾਂ ਕੋਲ ਸਿਕਿਉਰਿਟੀ ਭਾਵੇਂ ਹੁੰਦੀ, ਜਿਸ ਕਿਸਮ ਦਾ ਅਟੈਕ ਉਹਨਾਂ 'ਤੇ ਯੋਜਨਾਬੱਧ ਕੀਤਾ ਤੇ ਉਹਨਾਂ ਦਾ ਜਿਉਂਦੇ ਰਹਿਣਾ ਮੁਸ਼ਕਿਲ ਸੀ, ਪਰ ਫਿਰ ਵੀ ਜੇ ਸਿਕਿਉਰਿਟੀ ਦੇ 8-10 ਬੰਦੇ ਨਾਲ ਹੋਣ ਅਤੇ ਨਾਲ ਤੁਹਾਡੀ ਜਿਹੜੀ ਹੈਗੀ ਹੈ ਅਸਕੌਲਟ ਗੱਡੀ ਹੋਵੇ ਜੀ, ਜਿਹੜੀ ਉਹਨੂੰ ਕਵਰ ਕਰਦੀ ਹੈ, ਹਾਂਜੀ, ਤਾਂ ਫਿਰ ਹਮਲਾ ਕਰਨ ਵਾਲੇ ਨੂੰ ਵੀ ਥੋੜ੍ਹਾ ਸੋਚਣਾ ਪੈਂਦਾ, ਸ਼ਾਇਦ ਹਮਲਾ ਨਾ ਵੀ ਹੁੰਦਾ। ਬਿਲਕੁਲ ਜੀ। ਪਰ ਨਾਲ ਇਹਦੇ ਇੱਕ ਹੋਰ ਦੁਖਾਂਤ ਇਹ ਸੀਗਾ ਕਿ ਜਿੰਨੇ ਵੀ ਧਾਰਮਿਕ ਆਗੂ ਸੀ ਉਹਨਾਂ ਦੀ ਸਿਕਿਉਰਿਟੀ 'ਤੇ ਵੀ ਕੱਟ ਲਾਤੀ ਸੀ ਜੀ। ਧਾਰਮਿਕ ਆਗੂ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਹਰਪ੍ਰੀਤ ਸਿੰਘ ਹੋਣੀ ਹੋ ਗਏ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਹੋ ਗਏ, ਡੇਰਾ ਬਿਆਸ ਹੈ ਜਿਹੜਾ ਉਹਦਾ ਮੁਖੀ ਹੋ ਗਿਆ, ਉਹਦੀ ਸਿਕਿਉਰਿਟੀ ਦੇ ਉੱਤੇ ਵੀ ਕੱਟ ਲਾਈ, ਕੁਛ ਹੋਰ ਲੋਕਾਂ ਦੀ ਸਿਕਿਉਰਿਟੀ 'ਤੇ ਵੀ ਕੱਟ ਲਾਈ, ਇੱਥੋਂ ਤੱਕ ਕਿ ਰਿਟਾਇਰਡ ਅਤੇ ਸਰਵਿੰਗ ਪੁਲਿਸ ਅਫਸਰਾਂ ਦੀ ਸਿਕਿਉਰਿਟੀ 'ਤੇ ਵੀ ਕੱਟ ਲਾਈ। ਪਰ ਜੀ ਪ੍ਰਤੀਕਰਮ ਜਿਹੜਾ ਸਭ ਤੋਂ ਤਿੱਖਾ ਹੋਇਆ, ਉਹ ਪ੍ਰਤੀਕਰਮ ਸਭ ਤੋਂ ਤਿੱਖਾ ਹੋਇਆ ਸੀ ਜਾਂ ਤਾਂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਉਦੋਂ, ਤੇ ਜਾਂ ਸਿੰਘ ਸਾਹਿਬ ਦੀ ਸਿਕਿਉਰਿਟੀ ਵਾਪਸ ਲੈਣ ਦੇ ਉੱਤੇ। ਜੀ। ਸਿੰਘ ਸਾਹਿਬ ਦੀ ਜਿੰਨੀ ਸਿਕਿਉਰਿਟੀ ਉਹਨਾਂ ਨੇ ਵਾਪਸ ਛੱਡੀ ਸੀ, ਕੁਛ ਤਾਂ ਲੈ ਲਈ ਸੀ, ਅਤੇ ਜਿੰਨੀ ਕੁ ਉਹਨਾਂ ਦੇ ਕੋਲ ਨਾਲ ਛੱਡਤੀ ਸੀ ਕਿ ਤਾਇਨਾਤ ਰਹੂਗੀ, ਸਿੰਘ ਸਾਹਿਬ ਨੇ ਉਹ ਸਿਕਿਉਰਿਟੀ ਵੀ ਵਾਪਸ ਕਰਤੀ ਸੀ। ਜੀ। ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਆ ਜਿਹੜੇ, ਉਹਨਾਂ ਨੇ ਵੀ ਵਾਪਸ ਕਰਤੀ ਸੀ ਜੀ ਅਸੀਂ ਇਹ ਨਹੀਂ ਲੈਣੀ। ਫਿਰ ਸਰਕਾਰ ਨੂੰ ਅਹਿਸਾਸ ਹੋਇਆ ਵੀ ਕੰਮ ਤਾਂ ਗਲਤ ਹੋ ਗਿਆ, ਸਰਕਾਰ ਨੇ ਫਿਰ ਦੁਬਾਰਾ ਕਿਹਾ ਜੀ ਸਿਕਿਉਰਿਟੀ ਅਸੀਂ ਦਿੰਦੇ ਹਾਂ, ਲੈ ਲਓ ਤੁਸੀਂ। ਉਹਨਾਂ ਨੇ ਜਵਾਬ ਦਿੱਤਾ ਸੀ। ਫਿਰ ਸਰਕਾਰ ਨੇ ਇੱਕ ਨਵਾਂ ਪੈਂਤੜਾ ਲਿਆ, ਉਹਨਾਂ ਨੇ ਜਿਹੜਾ ਪਹਿਲਾਂ VIP ਕਲਚਰ ਵਾਲੀ ਗੱਲ ਕਹੀ ਸੀ ਉਸ ਵਿੱਚੋਂ ਖਾਰਜ ਕਰਤੀ, ਅਤੇ ਫਿਰ ਬਹਾਨਾ ਇਹ ਬਣਾਇਆ ਵੀ ਆਪਰੇਸ਼ਨ ਬਲੂ ਸਟਾਰ ਵੇਲੇ ਕਿਉਂਕਿ ਫੋਰਸਿਸ ਦੀ ਲੋੜ ਹੁੰਦੀ ਹੈ, ਇਸ ਲਈ ਅਸੀਂ ਇਸ ਦਿਨ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਜਿਹੜੇ ਥ੍ਰੈਟਨਡ ਪਰਸਨ ਹੈ ਜਾਂ ਜਿਨ੍ਹਾਂ ਨੂੰ ਇਹ ਸਿਕਿਉਰਿਟੀ ਦੇਣੀ ਜ਼ਰੂਰੀ ਹੁੰਦੀ ਹੈ, ਉਹਨਾਂ ਦੇ ਨਾਲੋਂ ਸਿਕਿਉਰਿਟੀ ਆਰਜੀ ਤੌਰ 'ਤੇ ਕੁਝ ਦਿਨਾਂ ਲਈ ਲਾਹੀ ਸੀ ਜੀ। ਇਹ ਗੱਲ ਕਹੀ ਗਈ, ਪਰ ਇਹ ਗੱਲ ਵੀ ਕਿਸੇ ਦੇ ਹਜਮ ਨਹੀਂ ਆਈ ਅਤੇ ਨਾ ਆ ਸਕਦੀ ਹੈ, ਕਿਉਂਕਿ ਆਪਰੇਸ਼ਨ ਬਲੂ ਸਟਾਰ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਭਾਰਤ ਸਰਕਾਰ ਪਹਿਲਾਂ ਹੀ ਕਈ ਕੰਪਨੀਆਂ ਭੇਜ ਚੁੱਕੀ ਹੈ ਪੰਜਾਬ ਦੇ ਵਿੱਚ ਪੈਰਾਮਿਲਟਰੀ ਫੋਰਸਿਸ ਦੀਆਂ। ਜਦੋਂ ਭੇਜ ਚੁੱਕੀ ਹੈ ਔਰ ਪੰਜਾਬ ਸਰਕਾਰ ਦੀ ਰਿਕੁਐਸਟ 'ਤੇ ਭੇਜ ਚੁੱਕੀ ਹੈ, ਲੋੜ ਹੋਰ ਸੀ ਤਾਂ ਕੇਂਦਰ ਤੋਂ ਹੋਰ ਵੀ ਮੰਗੀਆਂ ਜਾ ਸਕਦੀਆਂ ਸੀ। ਵੈਸੇ ਵੀ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ ਸਿਕਿਉਰਿਟੀ ਫੋਰਸਿਸ ਦੀ ਕਮੀ ਕੋਈ ਨਹੀਂ। ਪੰਜਾਬ ਦੇ ਵਿੱਚ ਕਮਾਂਡੋ ਕੰਪਨੀਆਂ ਹੈਗੀਆਂ, ਕਈ ਬਟਾਲੀਅਨ ਹੈ, PAP ਵਾਲੇ ਹੈਗੇ, ਸਾਰੇ ਹੈਗੇ, ਉਹਨਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਸੀ। ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਹੋਣ, ਚਾਹੇ ਕੇਸਗੜ੍ਹ ਸਾਹਿਬ ਦੇ ਕਿਸੇ ਵੀ ਤਖ਼ਤ ਸਾਹਿਬ ਦੇ ਜਥੇਦਾਰ ਹੋਣ, ਉਹਨਾਂ ਨੂੰ ਕੋਈ ਇਹ ਜ਼ਰੂਰੀ ਨਹੀਂ ਇਸ ਕਰਕੇ ਕਿ ਉਹਨਾਂ ਨੂੰ ਕੋਈ ਥ੍ਰੈਟ ਹੈ, ਸੱਚਮੁੱਚ ਥ੍ਰੈਟ ਹੈ। ਮੈਨੂੰ ਜਾਣਕਾਰੀ ਇਹ ਮਿਲੀ ਹੈ ਕਿ ਅਸਲ ਦੇ ਵਿੱਚ ਜਿਹੜੇ ਇਹ ਸ਼ਖਸੀਅਤਾਂ ਹੁੰਦੀਆਂ, ਧਾਰਮਿਕ ਆਗੂ ਹੁੰਦੇ ਹੈ, ਇਹਨਾਂ ਦੇ ਨਾਲ ਕੋਈ ਇਹ ਪਹਿਲੀ ਵਾਰੀ ਸਿਕਿਉਰਿਟੀ ਨਹੀਂ ਹੈ ਸੀ। ਸਿਕਿਉਰਿਟੀ ਪਹਿਲਾਂ ਵੀ ਰਹਿੰਦੀ ਹੈ ਔਰ ਦਹਾਕਿਆਂ ਤੋਂ ਹੈ। ਕਦੇ
ਜ਼ਾਹਰਾ ਤੌਰ 'ਤੇ ਸਿਕਿਉਰਿਟੀ ਨਾਲ ਹੁੰਦੀ ਹੈ, ਵਰਦੀਧਾਰੀ ਪੁਲਿਸ ਮੁਲਾਜ਼ਮ ਹੁੰਦੇ ਆ, ਕਦੇ ਵਿਦਆਊਟ ਵਰਦੀ ਤੋਂ ਵੀ ਹੁੰਦੇ ਆ। ਅੱਛਾ ਜੀ। ਕਿਉਂਕਿ ਧਾਰਮਿਕ ਜਿਹੜੀ ਸੀਟ ਹੈ, ਧਾਰਮਿਕ ਸੀਟ ਦੇ ਉੱਤੇ ਜਿਹੜੇ ਸੱਜਣ ਬੈਠੇ ਹੋਣ, ਕੁਛ ਵੀ ਹੋਣ, ਅਗਰ ਕੋਈ ਹੀਮ ਕੀਮ ਨਬੀ ਕਬੀ ਉਹਨਾਂ ਨੂੰ ਹੋ ਜੇ ਤਾਂ ਫਿਰ ਬਿਲਕੁਲ ਤੁਸੀਂ ਜੀ। ਦੇਖੋ ਕਿ ਹਾਲਾਤ ਕਿੰਨੇ ਦੇ ਕਿੰਨੇ ਵਿਗੜ ਜੀ। ਸਕਦੇ ਹੈ। ਇਸ ਕਰਕੇ ਸਰਕਾਰਾਂ ਦੀ ਡਿਊਟੀ ਹੁੰਦੀ ਹੈ। ਫਿਰ ਜਦੋਂ ਇਹਨਾਂ ਨੇ ਸਿਕਿਉਰਿਟੀ ਵਾਪਸ ਲੈ ਲਈ ਸੀ, ਬਾਅਦ ਦੇ ਵਿੱਚ ਕੇਂਦਰ ਸਰਕਾਰ ਨੇ ਜੈਡ ਸਿਕਿਉਰਿਟੀ ਦੇ ਵਿੱਚ ਪਾ ਕੇ ਜਥੇਦਾਰ ਸਾਹਿਬ ਨੂੰ, ਤੇ ਉਹਨਾਂ ਨੇ ਆਪਣੀ ਸਿਕਿਉਰਿਟੀ ਬਾਰੇ ਜਦੋਂ ਐਲਾਨ ਕੀਤਾ ਕਿ ਅਸੀਂ ਆਪਣੀ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਪ੍ਰੋਵਾਈਡ ਕਰਦੇ ਹਾਂ ਜੈਡ ਸਿਕਿਉਰਿਟੀ ਸਿੰਘ ਸਾਹਿਬ ਨੂੰ, ਤੇ ਸਿੰਘ ਸਾਹਿਬ ਨੇ ਭਾਵੇਂ ਉਹ ਸਿਕਿਉਰਿਟੀ ਲੈਣ ਤੋਂ ਇਨਕਾਰ ਕਰਤਾ ਸੀ ਕਿ ਮੈਨੂੰ ਜੀ। ਕੋਈ ਲੋੜ ਨਹੀਂ, ਅਸੀਂ ਜਿਹੜੀ ਹੈਗੀ ਹੈ ਧਰਮ ਪ੍ਰਚਾਰ ਵਾਸਤੇ ਦੂਰ ਦਰੇਡੇ ਜਾਂਦੇ ਹਾਂ, ਪੰਜਾਬ ਤੋਂ ਬਾਹਰ ਵੀ ਜਾਂਦੇ ਹਾਂ ਅਤੇ ਦੇਸ਼ ਤੋਂ ਬਾਹਰ ਵੀ ਜਾਂਦੇ ਹਾਂ, ਵੱਖ-ਵੱਖ ਦੇਸ਼ਾਂ ਜਾਂਦੇ ਹਾਂ, ਕਈ ਘਰਾਂ ਦੇ ਵਿੱਚ ਵੀ ਅਸੀਂ ਜਾਂਦੇ ਹਾਂ, ਅਸੀਂ ਸਿਕਿਉਰਿਟੀ ਕਿੱਥੇ ਲਈ ਫਿਰਾਂਗੇ, ਨਾਲ ਸਾਨੂੰ ਕੋਈ ਲੋੜ ਨਹੀਂ, ਅਤੇ ਪੰਥ ਹੀ ਸਾਡੀ ਸਿਕਿਉਰਿਟੀ ਕਰਨ ਵਾਲਾ, ਅਸੀਂ ਸਿਕਿਉਰਿਟੀ 'ਚ ਰਹਾਂਗੇ। ਪਰ ਹੁਣ ਜਿਹੜੀ ਇਨਫੋਰਮੇਸ਼ਨ ਆਪਣੇ ਕੋਲ ਆ ਰਹੀ ਹੈ ਉਹ ਇਹ ਹੈ ਕਿ ਕੱਲ੍ਹ ਵੀ ਅਤੇ ਪਰਸੋਂ ਵੀ ਸਿੰਘ ਜੀ। ਸਾਹਿਬ ਦੇ ਨਾਲ, ਉਹਨਾਂ ਦੇ ਨਾਲ ਜਿਹੜੀ ਸਿਕਿਉਰਿਟੀ ਤੈਨਾਤ ਸੀ, ਪਾਰਾਮਿਲਟਰੀ ਫੋਰਸਿਸ ਵੀ, ਪੰਜਾਬ ਸਰਕਾਰ ਦੀ ਸਿਕਿਉਰਿਟੀ ਵੀ ਸੀਗੀ, ਪੰਜਾਬ ਜੀ। ਪੁਲਿਸ ਦੀ ਵੀ। ਹਾਲਾਂਕਿ ਸਿੰਘ ਸਾਹਿਬ ਨੇ ਮੰਗੀ ਨਹੀਂ, ਉਹਨੇ ਕਿਹਾ ਜਾਓ ਭਾਈ, ਪਰ ਸਰਕਾਰ ਜੀ। ਨੇ ਉਹ ਸਿਕਿਉਰਿਟੀ ਜਿਹੜੀ ਹੈਗੀ ਹੈ ਨਾਲ ਅਟੈਚ ਕੀਤੀ ਹੈ, ਕਿਉਂਕਿ ਸਰਕਾਰ ਨੂੰ ਸ਼ਾਇਦ ਕੋਈ ਇਨਪੁਟਸ ਮਿਲੀਆਂ ਹੋਣ, ਕਿਸੇ ਬਿਲਕੁਲ ਕਿਸਮ ਦੀ ਜੀ। ਕੋਈ ਥ੍ਰੈਟ ਪਰਸੈਪਸ਼ਨ ਹੋਵੇ, ਜੀ। ਇਸ ਕਿਸਮ ਦੀ ਕੋਈ ਗੱਲ ਹੈ, ਤਾਂ ਹੀ ਉਹਨਾਂ ਨੇ ਸਿਕਿਉਰਿਟੀ ਵਾਪਸ ਲਈ ਹੈ। ਮੇਰੇ ਖਿਆਲ ਮੁਤਾਬਕ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਅਹਿਸਾਸ ਹੋਇਆ ਕਿ ਕੰਮ ਗਲਤ ਹੋ ਗਿਆ, ਕਿਉਂਕਿ ਧਾਰਮਿਕ ਸ਼ਖਸੀਅਤਾਂ ਨੂੰ, ਧਾਰਮਿਕ ਵੱਖ-ਵੱਖ ਧਰਮਾਂ ਦੇ ਜਿਹੜੇ ਵੱਡੇ ਸਾਡੇ ਧਾਰਮਿਕ ਆਗੂ ਹੈ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਸਰਕਾਰਾਂ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ। ਬਿਲਕੁਲ ਜੀ। ਸਰਕਾਰਾਂ ਨੂੰ ਲੋੜ ਵੀ ਹੁੰਦੀ ਹੈ, ਕਿਉਂਕਿ ਜਿਹੜਾ ਕੰਮ ਤੁਸੀਂ ਅਸੀਂ ਕਰ ਸਕਦੇ ਹੋ, ਸਾਡੇ ਨਾਲੋਂ ਉਹ ਕੰਮ ਕਿਤੇ ਜ਼ਿਆਦਾ ਅਸਰ ਅੰਦਾਜ਼ ਹੁੰਦੇ ਹੈ ਜੇ ਧਾਰਮਿਕ ਸ਼ਖਸੀਅਤ ਇਸ ਕਿਸਮ ਦੀ ਕੋਈ ਗੱਲ ਕਹਿ ਦੇਣ। ਬਿਲਕੁਲ ਜੀ। ਉਹਨਾਂ ਦੇ ਤੋਂ, ਕਿਉਂਕਿ ਲੋਕ ਉਹਨਾਂ ਨਾਲ ਜੁੜੇ ਹੁੰਦੇ ਹੈ, ਲੋਕ ਮੰਨਦੇ ਆ। ਅਕਾਲ ਤਖਤ ਸਾਹਿਬ ਦੇ ਬਾਰੇ ਤਾਂ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਬੰਦਾ ਭਾਵੇਂ ਜਿੰਨਾ ਮਰਜ਼ੀ ਹੈ ਵਿਵਾਦਗ੍ਰਸਤ ਹੋਵੇ ਸੇਵਾ 'ਤੇ, ਪਰ ਉਹ ਟੈਂਪਰਲ ਸੀਟ ਹੀ ਇਹੋ ਜਿਹੀ ਹੈ ਜੀ। ਕਿ ਉਸ ਸੀਟ ਨੂੰ ਸਾਰੇ ਮੰਨਦੇ ਕਿ ਸੁਪਰੀਮ ਸੀਟ ਹੈ। ਬਿਲਕੁਲ ਕੱਲ੍ਹ ਜੀ। ਜਿਹੜੀ ਉਹਨਾਂ ਨੇ ਅੱਧਾ ਪੌਣਾ ਘੰਟਾ ਗੱਲ ਕੀਤੀ ਹੈ ਸਿੰਘ ਸਾਹਿਬ ਨਾਲ, ਮੇਰੇ ਖਿਆਲ ਮੁਤਾਬਕ ਉਹਨਾਂ ਨੇ ਆਪਣੀ ਪੋਜੀਸ਼ਨ ਸਪਸ਼ਟ ਕੀਤੀ ਹੋਣੀ ਹੈ ਜੀ। ਇਹ ਕਿਸੇ ਨੇ ਗਲਤੀ ਨਾਲ ਲੈ ਲਈ ਵਾਪਸ ਜਾਂ ਕਿਵੇਂ ਲੈ ਲਿਆ, ਉਹਨਾਂ ਨੇ ਕੁਛ ਅੰਦਰ ਵੜ ਕੇ ਉਹਨਾਂ ਨੇ ਕੀ ਗੱਲ ਕੀਤੀ ਆਪਾਂ ਇਹਦੇ ਬਾਰੇ ਕੁਛ ਕਹਿ ਨਹੀਂ ਸਕਦੇ। ਸਿੰਘ ਸਾਹਿਬ ਨੇ ਵੀ ਜਿਹੜੇ ਕੋਈ ਉਲਾਂਭੇ ਵਗੈਰਾ ਦੇਣੇ ਹੋਣਗੇ ਉਹ ਦਿੱਤੇ ਹੋਣਗੇ, ਜਾਂ ਜਿਹੜੀ, ਕਿਉਂਕਿ ਸਿੰਘ ਸਾਹਿਬ ਬੜੇ ਸਿਆਣੇ ਬੰਦੇ, ਬੜੇ ਪੜ੍ਹੇ ਲਿਖੇ ਹੈ, ਬਿਲਕੁਲ ਉਹ ਬੜੀ ਜੀ। ਤਰਕ ਨਾਲ ਗੱਲ ਕਰਦੇ, ਉਹਨਾਂ ਨੇ ਆਪਣੀ ਤਰਕ ਨਾਲ ਗੱਲ ਕੀਤੀ ਹੋਣੀ ਹੈ। ਸੋ ਚਰਚਾ ਜ਼ਰੂਰ ਹੈ ਇਸ ਮੀਟਿੰਗ ਦਾ। ਖੈਰ ਜਿੰਨੀ ਮਰਜ਼ੀ ਆਪਾਂ ਗੱਲ ਅੰਦਰ ਵੜ ਕੇ ਕਰ ਲਈਏ, ਅਕਸਰ ਉਹ ਗੱਲ ਕਿਸੇ ਨਾ ਕਿਸੇ ਰੂਪ ਦੇ ਬਿਲਕੁਲ ਵਿੱਚ ਜੀ। ਬਾਹਰ ਆ ਜਾਂਦੀ ਹੈ, ਹੋਰ ਅਗਲੇ ਦਿਨਾਂ 'ਚ ਗੱਲ ਆਪਣੇ ਸਾਹਮਣੇ ਆਈ ਜਾਣੀ ਹੈ। ਜੀ ਜੀ ਬਿਲਕੁਲ ਜੀ। ਸੋ ਇਹ ਤਾਂ ਸਾਨੂੰ ਕੁਝ ਧਾਰਮਿਕ ਖਬਰਾਂ, ਤੇ ਹੁਣ ਜਿਹੜੀ ਆਪਾਂ ਅਗਲੀ ਖਬਰ ਲੈਣੀ ਜੋ ਉਹ ਜੁੜਦੀ ਹੈ ਰਾਜਨੀਤੀ ਦੇ ਨਾਲ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਸਿੰਘ ਮਾਨ ਜੀ, ਉਹਨਾਂ ਨੇ ਜਦੋਂ MLA ਬਣੇ ਸੀਗੇ ਤਾਂ ਉਸ ਤੋਂ ਪਹਿਲਾਂ ਜਿਹੜੀ MP ਵਾਲੀ ਸੀਟ ਸੀ ਉਹਨਾਂ ਨੇ ਖਾਲੀ ਕੀਤੀ ਸੀ ਸੰਗਰੂਰ ਵਾਲੀ। ਉਹ ਸੰਗਰੂਰ ਸੀਟ ਜਿਹੜੀ ਹੈ ਹੁਣ ਉਸ ਦੇ ਉੱਤੇ ਅੱਜ ਉਮੀਦਵਾਰਾਂ ਦੇ ਵੱਲੋਂ ਪਰਚਾ ਭਰਨ ਦੀ ਆਖਰੀ ਤਰੀਕ ਸੀ। ਲਗਭਗ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਹੁਣ ਆ ਚੁੱਕੇ ਹੈ ਜੀ। ਕਾਂਗਰਸ ਵੱਲੋਂ ਦਲਵੀਰ ਗੋਲਡੀ ਅਤੇ ਦੂਸਰੇ ਪਾਸੇ ਕੇਵਲ ਢਿੱਲੋਂ ਭਾਜਪਾ ਵੱਲੋਂ, ਇਸੇ ਪ੍ਰਕਾਰ ਅਕਾਲੀ ਦਲ ਵੱਲੋਂ ਵੀ ਬੰਦੀ ਸਿੰਘਾਂ ਦੇ ਤੌਰ ਉੱਤੇ ਜਿਹੜੇ ਉਮੀਦਵਾਰ ਆਪਦੇ ਜਿਹੜੇ ਦੇ ਦਿੱਤੇ ਗਏ ਨੇ। ਸੋ ਇਹਨਾਂ ਇਸ ਨੂੰ ਚੋਣ ਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਇਹ ਬਿਲਕੁਲ ਇਹ ਮਜਬੂਰੀ ਸੀ, ਕੰਸਟੀਟਿਊਸ਼ਨਲ ਕੰਪਲਸ਼ਨ ਸੀ ਕਿ ਇੱਕ ਬੰਦਾ ਦੋ ਅਹੁਦਿਆਂ 'ਤੇ ਨਹੀਂ ਰਹਿ ਸਕਦਾ। ਇਸ ਕਰਕੇ ਭਗਵੰਤ ਸਿੰਘ ਮਾਨ ਨੂੰ ਅਸਤੀਫਾ ਦੇਣਾ ਹੀ ਪੈਣਾ ਸੀ। ਜੀ। ਭਗਵੰਤ ਸਿੰਘ ਮਾਨ 2019 ਦੀਆਂ ਚੋਣਾਂ ਦੇ ਵਿੱਚ ਸੰਗਰੂਰ ਤੋਂ ਲੋਕ ਸਭਾ ਲਈ ਦੂਜੀ ਵਾਰੀ ਚੁਣੇ ਗਏ ਸੀ। ਉਹ ਤੋਂ ਪਹਿਲਾਂ 2014 ਚੁਣੇ ਗਏ ਸੀ, ਔਰ ਉਹ ਇਕੱਲੇ ਹੀ ਸੀ ਪਾਰਲੀਮੈਂਟ ਦੇ ਵਿੱਚ 2019 ਦੇ ਚੋਣ ਮੈਦਾਨ ਦੇ ਵਿੱਚ ਜਿਹੜੇ ਜਿੱਤ ਕੇ ਆਏ ਸੀ, ਔਰ ਉਹਨਾਂ ਨੇ ਉੱਥੇ ਬਹੁਤ ਵਧੀਆ ਪਰਫਾਰਮ ਕੀਤਾ। ਉਹਨਾਂ ਦੀ ਪਰਫਾਰਮੈਂਸ ਜਿਹੜੀ ਹੈ ਬੜੀ ਸ਼ਾਨਦਾਰ ਹੈ ਜੀ। ਪੰਜਾਬ ਦੇ ਵਿੱਚ ਚੋਣਾਂ ਡਿਊ ਸੀ 2022 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਸਿੰਘ ਮਾਨ ਨੂੰ ਬਣਾਇਆ ਗਿਆ, ਅਤੇ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੀ ਪਾਰਟੀ ਨੇ ਧੂਰੀ ਹਲਕੇ ਤੋਂ ਚੋਣ ਲੜਾਉਣ ਦਾ ਫੈਸਲਾ ਕੀਤਾ। ਉਹਨਾਂ ਨੇ ਧੂਰੀ ਤੋਂ ਚੋਣ ਲੜੀ, ਬੜੀ ਸ਼ਾਨ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਜੀ। ਆਮ ਆਦਮੀ ਪਾਰਟੀ ਨੂੰ ਇੰਨੀਆਂ ਸੀਟਾਂ ਮਿਲ ਗਈਆਂ ਕਿ ਸਰਕਾਰ ਤੋਂ ਕਿਤੇ ਵੱਧ ਹੈ ਉਹਨਾਂ ਦੇ ਕੋਲੇ। ਬਿਲਕੁਲ। ਜਿੰਨੀਆਂ ਉਹਨਾਂ ਨੂੰ 59 ਸੀਟਾਂ ਚਾਹੀਦੀਆਂ ਸੀ, ਉਹਨਾਂ ਕੋਲੇ 92 ਆ ਗਈਆਂ। ਮੁੱਖ ਮੰਤਰੀ ਸਾਹਿਬ ਨੇ, ਜਿਹੜੇ ਨਾਮਜ਼ਦ ਮੁੱਖ ਮੰਤਰੀ ਸੀ, ਹਲੇ ਉਹਨਾਂ ਨੇ ਟੇਕ ਓਵਰ ਨਹੀਂ ਸੀ ਕੀਤਾ। ਉਹਨਾਂ ਨੇ ਕਿਹਾ ਲਓ ਜੀ ਮੈਂ ਪਹਿਲਾਂ ਅਸਤੀਫਾ ਦੇਣਾ, ਅਸਤੀਫਾ ਦਿੱਤਾ, ਔਰ ਉਹਨਾਂ ਨੇ ਮੁੱਖ ਮੰਤਰੀ ਵਜੋਂ ਆਪਣਾ ਚਾਰਜ ਸੰਭਾਲ ਲਿਆ। ਜੀ। ਉਦੋਂ ਤੋਂ ਇਹ ਸੀਟ ਖਾਲੀ ਹੈ, ਅਤੇ ਨਿਯਮਾਂ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ ਕਿਸੇ ਵੀ ਹਲਕੇ ਨੂੰ 6 ਮਹੀਨੇ ਤੋਂ ਵੱਧ ਖਾਲੀ ਨਹੀਂ ਰੱਖਿਆ ਜਾ ਸਕਦਾ। ਜੀ। ਜੇ ਕੋਈ ਸੀਟ ਖਾਲੀ ਹੁੰਦੀ ਹੈ ਤੇ ਵਿਦਿਨ 6 ਮੰਥ, ਅਗਲੇ 6 ਮਹੀਨਿਆਂ ਦੇ ਵਿੱਚ ਉੱਥੇ ਚੋਣ ਕਰਾਉਣੀ ਲਾਜ਼ਮੀ ਹੁੰਦੀ ਹੈ।
ਜ਼ਿਆਦਾ ਲੋਕਾਂ ਨੂੰ ਇਹ ਸੀ ਕਿ ਸ਼ਾਇਦ ਚੋਣ 1-2 ਮਹੀਨੇ ਠਹਿਰ ਕੇ ਹੁੰਦੀ, ਪਰ ਅਚਨਚੇਤ ਇਹ ਚੋਣ ਦਾ ਐਲਾਨ ਹੋ ਗਿਆ ਬਿਲਕੁਲ ਤੇ ਜੀ 23 ਜਿਹੜੀ ਹੈਗੀ ਹੈ ਜੂਨ ਨੂੰ ਹੁਣ ਇਹਦੀਆਂ ਵੋਟਾਂ ਪੈਣੀਆਂ, ਅੱਗੇ ਕੁਛ ਦਿਨਾਂ ਬਾਅਦ ਫਿਰ ਉਹਦਾ ਰਿਜ਼ਲਟ ਆ ਜਾਵੇ। ਕੌਣ ਹੋਵੇ ਉਮੀਦਵਾਰ? ਪਹਿਲਾਂ ਜੀ। ਤਾਂ ਆਮ ਆਦਮੀ ਪਾਰਟੀ, ਕਿਉਂਕਿ ਇਸ ਵੇਲੇ ਸਭ ਤੋਂ ਵੱਡੀ ਪਾਰਟੀ ਉਹ ਹੈ। ਭਗਵੰਤ ਸਿੰਘ ਮਾਨ ਦਾ ਆਪਣਾ ਹਲਕਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਲੈ ਕੇ ਬੜੀਆਂ ਗੱਲਾਂ ਚੱਲਦੀਆਂ ਸੀ। ਜੀ ਕੋਈ ਤਾਂ ਜ਼ਿਕਰ ਕਰਦਾ ਸੀ ਕਿ ਸਰਦਾਰ ਮਨਦੀਪ ਸਿੰਘ ਸਿੱਧੂ ਜਿਹੜੇ SSP ਸੰਗਰੂਰ ਦੇ, ਸ਼ਾਇਦ ਉਹਨਾਂ ਨੂੰ ਰਿਜ਼ਾਈਨ ਕਰਾ ਕੇ ਤੇ ਉਹਨਾਂ ਨੂੰ ਚੋਣ ਲੜਾ ਦਿੱਤੀ ਜਾਵੇ, ਇਹ ਗੱਲ ਜੀ। ਚੱਲਦੀ ਸੀ। ਬਿਲਕੁਲ ਜੀ ਫਿਰ ਇਹ ਗੱਲ ਚੱਲਦੀ ਸੀ ਕਿ ਕੁਝ ਇਸ਼ਤਿਹਾਰ ਵੀ ਲੱਗੇ ਕੰਧਾਂ ਦੇ ਉੱਤੇ, ਆਲੇ ਦੁਆਲੇ ਸੰਗਰੂਰ ਦੇ ਤੇ ਬਰਨਾਲਾ, ਮਲੇਰਕੋਟਲਾ, ਤਿੰਨਾਂ ਜ਼ਿਲ੍ਹਿਆਂ 'ਚ ਇਸ਼ਤਿਹਾਰ ਲੱਗੇ ਸੀ, ਅੱਛਾ ਜਿਨ੍ਹਾਂ ਜੀ। ਦੇ ਵਿੱਚ ਰਾਹੀਂ ਇਹ ਪ੍ਰਗਟਾਵਾ ਕੀਤਾ ਗਿਆ ਸੀ ਕਿ ਐਤਕੀ ਵਾਰ ਸੰਗਰੂਰ ਦੇ ਪਾਰਲੀਮਾਨੀ ਹਲਕੇ ਦੀ ਜਿਹੜੀ ਹੈ ਲੋਕ ਸਭਾ ਦੇ ਵਿੱਚ ਨੁਮਾਇੰਦਗੀ ਕਰਨਗੇ ਬੀਬਾ ਮਨਪ੍ਰੀਤ ਕੌਰ, ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਦੇ ਭੈਣ ਜੀ ਹੈ। ਜੀ ਉਹਨਾਂ ਨੂੰ ਪੁੱਛਿਆ ਵੀ ਸੀ, ਜਦੋਂ ਤੁਹਾਡੇ ਯਾਦ ਹੋਣਾ ਹੈ ਉੱਥੇ ਇੱਕ ਸਾਈਕਲ ਰੈਲੀ ਹੋਈ ਸੀਗੀ ਬਿਲਕੁਲ ਜੀ। ਸੰਗਰੂਰ ਦੇ ਵਿੱਚ, ਉਹ ਬੀਬੀ ਨੇ ਵੀ ਭਾਗ ਲਿਆ ਸੀ, ਭਗਵੰਤ ਸਿੰਘ ਮਾਨ ਵੀ ਆਪ ਵੀ ਆਏ ਸੀ ਉਹਦੇ ਵਿੱਚ। ਉਹਨਾਂ ਨੇ ਵੀ ਉਹਨਾਂ ਨੂੰ ਝੰਡੀ ਦੇ ਕੇ ਜਾਂ ਵਿੱਚ ਸਾਈਕਲ ਚਲਾ ਕੇ ਸ਼ੁਰੂ ਕਰਵਾਇਆ ਸੀ। ਤੇ ਉਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਚੋਣ ਲੜੋਗੇ? ਉਹਨਾਂ ਨੇ ਕਿਹਾ ਸੀ ਜੇ ਪਾਰਟੀ ਕਹੂਗੀ ਤਾਂ ਜ਼ਰੂਰ ਲੜਾਂਗੇ, ਜੀ ਔਰ ਪਾਰਟੀ ਉਹੀ ਕਰੂਗੀ ਜੋ ਲੋਕ ਕਹਿਣਗੇ, ਜੀ। ਜੋ ਲੋਕਾਂ ਤੋਂ ਪੁੱਛਣਗੇ। ਉਹਨਾਂ ਨੇ ਟੇਢੇ ਢੰਗ ਦੇ ਨਾਲ ਇੱਛਾ ਪ੍ਰਗਟ ਕੀਤੀ ਸੀ ਕਿ ਹਾਂ ਮੈਂ ਵੀ ਚੋਣ ਲੜਨ ਦੇ ਲਈ ਰਾਜੀ ਹਾਂ, ਤਿਆਰ ਹਾਂ। ਪਰ ਇਹ ਗੱਲ ਕਹਿੰਦੀ ਸੀ ਵੀ ਪਾਰਟੀ ਤੇ ਬਾਈ ਜੀ ਤੇ ਛੱਡਦੇ ਆ। ਭਗਵੰਤ ਸਿੰਘ ਮਾਨ ਨੂੰ ਉਹ ਭੈਣ ਜੀ ਬਾਈ ਜੀ ਕਹਿੰਦੇ ਆ। ਅੱਛਾ ਜੀ ਉਹਨਾਂ ਨੇ ਕਿਹਾ ਠੀਕ ਹੈ ਜੀ ਬਾਈ ਜੀ ਤੇ ਛੱਡਦੇ ਆ। ਫਿਰ ਅਚਨਚੇਤ, ਕਿਉਂਕਿ ਸਿੱਧੂ ਮੂਸੇਵਾਲੇ ਦਾ ਐਪੀਸੋਡ ਜਿਹੜਾ ਹੈਗਾ ਇਹ ਦੁਖਾਂਤ ਵਾਪਰ ਗਿਆ। ਇਸ ਦੁਖਾਂਤ ਤੋਂ ਬਾਅਦ ਕਈ ਦਿਨ ਚੁੱਪ ਚਾਂਦ ਰਹੀ। ਸਭ ਤੋਂ ਪਹਿਲਾਂ ਜਿਹੜਾ ਐਲਾਨ ਹੋਇਆ ਸੀ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਹੋਇਆ ਸੀ, ਉਹਨਾਂ ਦੀ ਪਾਰਟੀ ਬਿਲਕੁਲ ਨੇ ਜੀ। ਕੀਤਾ ਸੀ ਅੰਮ੍ਰਿਤਸਰ ਅਕਾਲੀ ਦਲ ਵੱਲੋਂ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਇੱਥੋਂ ਚੋਣ ਲੜਨਗੇ। ਜੀ ਖੈਰ ਆਮ ਆਦਮੀ ਪਾਰਟੀ ਨੇ ਕਈ ਦਿਨ ਉਡੀਕਿਆ, ਸ਼ਾਇਦ ਜਦੋਂ ਥੋੜ੍ਹਾ ਜਿਹਾ ਮਾਹੌਲ ਠੀਕ ਹੋਇਆ, ਭਗਵੰਤ ਸਿੰਘ ਮਾਨ ਆ ਕੇ ਗਏ ਮੂਸੇ ਪਿੰਡ। ਸ਼ੁਭਦੀਪ ਸਿੱਧੂ ਦੇ ਪਿਤਾ ਔਰ ਮਾਤਾ ਜੀ ਦੇ ਨਾਲ ਉਹਨਾਂ ਨੇ ਅਫਸੋਸ ਪ੍ਰਗਟ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਜਾ ਕੇ ਐਲਾਨ ਕਰ ਦਿੱਤਾ ਸੀ ਆਪਣੇ ਕੈਂਡੀਡੇਟ ਦਾ, ਸ਼ਾਇਦ ਉਹਨਾਂ ਦਾ ਨਾਮ ਗੁਰਮੇਲ ਸਿੰਘ ਹੈ। ਬਿਲਕੁਲ ਜੀ ਗੁਰਮੇਲ ਸਿੰਘ ਘਰਾਚੋਂ ਪਿੰਡ ਦੇ ਘਰਾਚੋਂ ਪਿੰਡ ਹੈ, ਉੱਥੋਂ ਦੇ ਉਹ ਸਰਪੰਚ ਹੈ, ਬਹੁਤ ਪੜ੍ਹੇ ਲਿਖੇ ਹੈ ਜੀ। ਬਿਲਕੁਲ ਜੀ ਔਰ ਵਲੰਟੀਅਰ ਹੈ। ਉਹ ਸ਼ਾਇਦ ਜ਼ਿਲ੍ਹੇ ਦੇ ਜਿਹੜੇ ਹੈਗੇ ਹੈ ਇੰਚਾਰਜ ਕਨਵੀਨਰ ਵੀ ਹੈ, ਇੰਚਾਰਜ ਵੀ ਹੈ ਜੀ। ਆਮ ਆਦਮੀ ਪਾਰਟੀ ਦੇ। ਬਹੁਤ ਬੰਦਾ ਕਹਿੰਦੇ ਜੀ ਮਤਲਬ ਜਿਹੜਾ ਹੈਗਾ ਡਾਊਨ ਟੂ ਅਰਥ ਹੈ, ਔਰ ਉਹ ਹਮੇਸ਼ਾ ਹੀ ਲੋ ਪ੍ਰੋਫਾਈਲ ਰਹਿੰਦਾ, ਕਦੇ ਦਿਖਾਵਾ ਨਹੀਂ ਕਰਦਾ। ਜੀ ਉਹਦਾ ਨਾਂ ਅਨਾਉਂਸ ਕਰ ਦਿੱਤਾ, ਕਹਿੰਦੇ ਜੀ ਉਹ ਚੋਣ ਲੜੂਗਾ। ਦੋ ਕਲੀਅਰ ਹੋ ਗਏ, ਪਹਿਲਾਂ ਸਰਦਾਰ ਸਿਮਰਜੀਤ ਸਿੰਘ ਮਾਨ, ਫਿਰ ਤੀਜੀ ਗੱਲ ਆ ਗਈ ਸੀ ਕਿ ਭਾਰਤੀ ਜਨਤਾ ਪਾਰਟੀ ਕੀ ਕਰੂਗੀ। ਬਿਲਕੁਲ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਕਦੇ ਜ਼ਿਕਰ ਆਉਂਦਾ ਸੀਗਾ ਜੀ ਇਹ ਹੋਣਗੇ ਆਪਣੇ ਪਰਮਿੰਦਰ ਸਿੰਘ ਢੀਂਡਸਾ ਹੋਣਗੇ ਜੀ, ਕਦੇ ਜਾਖੜ ਸਾਹਿਬ ਦਾ ਨਾਂ ਆ ਜਾਂਦਾ ਸੀ, ਕਦੇ ਕਿਸੇ ਹੋਰ ਦਾ ਨਾਂ ਆ ਜਾਂਦਾ ਸੀ, ਵਿੱਚ ਦੀ ਅਰਵਿੰਦ ਖੰਨੇ ਦਾ ਨਾਂ ਵੀ ਆ ਜਾਂਦਾ ਸੀ। ਜੀ ਲੇਕਿਨ ਪਰਸੋਂ 2 ਦਿਨ ਪਹਿਲਾਂ ਅਮਿਤ ਸ਼ਾਹ ਹੁਣੀ ਚੰਡੀਗੜ੍ਹ ਆਉਂਦੇ, ਬਿਲਕੁਲ ਜੀ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚੋਂ ਮੀਟਿੰਗ ਵੀ ਕਰਦੇ, ਤੇ ਉਸੇ ਸਮੇਂ ਦੌਰਾਨ ਕਾਂਗਰਸ ਪਾਰਟੀ ਦੇ ਕਈ ਸਾਰੇ ਸਾਬਕਾ ਵਜ਼ੀਰ, ਜੀ 2 ਜਿਹੜੇ ਹੈਗੇ ਵੱਡੇ ਲੀਡਰ ਜਿਹੜੇ ਕਦੇ ਭਾਰਤੀ ਜਨਤਾ ਜਿਹੜੇ ਅਕਾਲੀ ਦਲ ਨਾਲ ਹੁੰਦੇ ਸੀ, ਮਹਿੰਦਰ ਕੌਰ ਜੋਸ਼ ਔਰ ਸਰੂਪ ਚੰਦ ਸਿੰਗਲਾ, ਇਹਨਾਂ ਨੂੰ ਕੁੱਲ ਮਿਲਾ ਕੇ ਕਾਫੀ ਸਾਰੇ ਲੋਕ ਆ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ ਸੀ। ਉਹਨਾਂ ਸ਼ਾਮਲ ਹੋਣ ਵਾਲਿਆਂ ਦੇ ਵਿੱਚ ਇੱਕ ਨਾਂ ਸੀ ਕੇਵਲ ਸਿੰਘ ਢਿੱਲੋਂ ਦਾ। ਕੇਵਲ ਸਿੰਘ ਢਿੱਲੋਂ 2 ਦਿਨ ਪਹਿਲਾਂ, 1 ਦਿਨ ਪਹਿਲਾਂ ਸ਼ਾਮਲ ਹੁੰਦਾ ਹੈ। ਅਗਲੇ ਦਿਨ ਭਾਰਤੀ ਜਨਤਾ ਪਾਰਟੀ ਨੇ ਉਹਦਾ ਐਲਾਨ ਕਰਤਾ ਕਿ ਸਾਡਾ ਕੈਂਡੀਡੇਟ ਉਹ ਹੋਊਗਾ। ਜੀ ਉਹ ਆ ਗਏ ਜੀ। ਰਹੀ ਗੱਲ ਸੀ ਕਿ ਅਕਾਲੀ ਦਲ ਦਾ ਕੈਂਡੀਡੇਟ ਕੌਣ ਹੋਵੇ। ਬਿਲਕੁਲ ਜੀ ਅਕਾਲੀ ਦਲ ਦੇ ਕੈਂਡੀਡੇਟ ਦੇ ਉੱਤੇ ਪਹਿਲਾਂ ਤਾਂ ਇਹ ਸੀ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਕੋਈ ਕੰਸੈਂਸਸ ਦਾ ਸਾਂਝਾ, ਸਾਰੇ ਧੜਿਆਂ ਵੱਲੋਂ ਇੱਕ ਸਾਂਝਾ ਉਮੀਦਵਾਰ ਹੋਣਾ ਚਾਹੀਦਾ ਹੈ। ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਸਾਹਿਬ ਨੇ ਵੀ ਇਹ ਗੱਲ ਕਹਿ ਦਿੱਤੀ ਸੀ, ਕੁਝ ਹੋਰਾਂ ਲੋਕਾਂ ਨੇ ਵੀ ਇਹ ਕਹਿ ਦਿੱਤੀ ਸੀ। ਵਿੱਚ ਦੀ ਇਹ ਗੱਲ ਵੀ ਆਉਂਦੀ ਸੀ ਕਿ ਸਰਦਾਰਾ ਸਿੰਘ ਜੌਹਲ ਨੇ ਗੱਲ ਤੋਰਤੀ ਸੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਹੋਰਾਂ ਨੂੰ ਜੀ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਜਾਵੇ, ਉਹਨਾਂ ਨੂੰ ਚੋਣ ਲੜਾ ਦਿੱਤੀ ਜਾਵੇ। ਉਹ ਫਿਰ ਰਾਜਾ ਵੜਿੰਗ ਨੇ ਉਹਦੇ 'ਤੇ ਕਿਹਾ ਕਿ ਮੈਂ ਸਰਦਾਰਾ ਸਿੰਘ ਜੌਹਲ ਦੀ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਮੈਂ ਉਹਦੀ ਸਪੋਰਟ ਕਰਦਾ, ਪਰ ਨਾਲ ਉਹਨੇ ਇੱਕ ਗੱਲ ਕਹੀ ਸੀ ਕਿ ਸਰਦਾਰ ਬਲਕੌਰ ਸਿੰਘ ਨੂੰ ਬਿਨਾਂ ਮੁਕਾਬਲਾ ਪਾਰਲੀਮੈਂਟ 'ਚ ਭੇਜਿਆ ਜਾਵੇ। ਬਿਲਕੁਲ ਭਾਵ ਕੋਈ ਵੀ ਬੰਦਾ ਉਹਨਾਂ ਦੇ ਮੁਕਾਬਲੇ ਤੇ ਕੈਂਡੀਡੇਟ ਨਾ ਖੜਾ ਕਰੇ, ਇੰਡੀਪੈਂਡੈਂਟ ਕਾਗਜ਼ ਭਰਾ ਕੇ ਤੇ ਆਪਾਂ ਛੱਡੋ। ਰਾਜੇ ਨੇ ਇੱਥੋਂ ਤੱਕ ਗੱਲ ਕਹਿ ਦਿੱਤੀ ਸੀ ਵੜਿੰਗ ਨੇ ਕਿ ਰਾਜਨੀਤੀ ਛੱਡ ਦਈਏ ਆਪਾਂ ਇਸ ਗੱਲ ਦੇ 'ਤੇ। ਪਰ ਬਹੁਤ ਵਧੀਆ ਕੀਤਾ, ਮੈਨੂੰ ਬਹੁਤ ਸਮਝਦਾਰ ਲੱਗੇ ਸਰਦਾਰ ਬਲਕੌਰ ਸਿੰਘ ਹੋਣੀ। ਉਹਨਾਂ ਨੇ ਜਦੋਂ ਕਿਹਾ ਯਾਰ ਜੀ ਤਾਂ ਮੇਰੇ ਮੁੰਡੇ ਦਾ ਸਿਵਾ ਵੀ ਠੰਡਾ ਨਹੀਂ ਹੋਇਆ, ਬਿਲਕੁਲ ਜੀ, ਤੇ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਮੈਂ ਕੋਈ ਚੋਣ ਨਹੀਂ ਲੜਨੀ, ਮੇਰੀ ਕੋਈ ਇੱਛਾ ਨਹੀਂ। ਤੇ ਉਹਨੇ ਲੋਕਾਂ ਨੂੰ ਇਹੀ ਅਪੀਲ ਕੀਤੀ ਹੈ ਕਿ ਦੁੱਖ ਦੀ ਘੜੀ 'ਚ ਜਿੱਥੇ ਤੁਸੀਂ ਮੇਰੇ ਨਾਲ ਖੜੇ ਹੋ, 8 ਤਾਰੀਖ ਨੂੰ ਮੇਰੇ ਬੱਚੇ ਦਾ ਭੋਗ ਹੈ ਤੇ ਤੁਸੀਂ ਉਹਦੇ 'ਤੇ ਆਇਓ। ਗੱਲ ਉੱਥੇ ਮੁੱਕ ਗਈ। ਜੀ ਫਿਰ ਆਈ ਗੱਲ
ਅਕਾਲੀ ਦਲ ਵੱਲੋਂ ਵੀ ਕੀ ਕੀਤਾ ਜਾਵੇ। ਤੇ ਫਿਰ ਅਚਨਚੇਤ ਖਬਰ ਇਹ ਆ ਗਈ ਕਿ ਸਰਦਾਰ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਸਾਹਿਬ, ਪ੍ਰੇਮ ਸਿੰਘ ਚੰਦੂ ਮਾਜਰਾ, ਕੁਝ ਹੋਰ ਲੋਕ ਜਿਹੜੇ ਹੈਗੇ ਆ ਉਹ ਅਚਨਚੇਤ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਕਿਲ੍ਹਾ ਹਰਨਾਮ ਸਿੰਘ ਵਾਲੇ ਦੀ ਰਿਹਾਇਸ਼ ਹੈ ਉੱਥੇ ਪਹੁੰਚਦੇ ਹੈ ਜੀ। ਉਹ ਤੋਂ ਪਹਿਲਾਂ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਹੋਈ ਸੀ। ਉੱਥੋਂ ਪਹੁੰਚ ਕੇ ਉਹਨਾਂ ਨੇ ਮਾਨ ਸਾਹਿਬ ਨਾਲ ਗੱਲ ਕੀਤੀ। ਮਾਨ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਮਾਨ ਸਾਹਿਬ ਆਪਾਂ ਇੱਕ ਸਾਂਝਾ ਉਮੀਦਵਾਰ ਖੜਾ ਕਰ ਲਈਏ ਤੇ ਉਸ ਉਮੀਦਵਾਰ ਨੂੰ ਆਪਾਂ ਜਿਤਾਈਏ। ਮਾਨ ਸਾਹਿਬ ਨੇ ਅੰਦਰ ਕੀ ਕਿਹਾ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਕਿਸੇ ਨੂੰ। ਬਾਹਰ ਆ ਕੇ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਜਦੋਂ ਮੀਡੀਆ ਨੂੰ ਜਾਂ ਲੋਕਾਂ ਨੂੰ ਐਡਰੈਸ ਕੀਤਾ ਤੇ ਉਦੋਂ ਉਹਨਾਂ ਨੇ ਕਿਹਾ ਜੀ ਅਸੀਂ ਗੱਲ ਕਹਿ ਦਿੱਤੀ ਹੈ। ਮਾਨ ਸਾਹਿਬ ਕਹਿੰਦੇ ਮੈਂ ਆਪਣੀ ਪਾਰਟੀ ਨਾਲ ਵਿਚਾਰ ਕਰੂੰਗਾ ਤੇ ਵਿਚਾਰ ਕਰਨ ਤੋਂ ਬਾਅਦ ਹੀ ਕੋਈ ਗੱਲ ਆਉਣੀ ਹੈ। ਅਗਲੇ ਦਿਨ ਮਾਨ ਸਾਹਿਬ ਆਪਣੇ ਨੋਮੀਨੇਸ਼ਨ ਪੇਪਰ ਫਾਈਲ ਕਰਨ ਵਾਸਤੇ ਚਲੇ ਗਏ 4 ਤਾਰੀਖ ਨੂੰ। ਬਿਲਕੁਲ ਜੀ। ਜਦੋਂ ਨੋਮੀਨੇਸ਼ਨ ਪੇਪਰ ਫਾਈਲ ਕਰਨ ਵਾਸਤੇ ਗਏ ਤਾਂ ਉੱਥੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡੇ ਕੋਲੇ ਅਕਾਲੀ ਦਲ ਵਾਲੇ ਸਰਦਾਰ ਸੁਖਬੀਰ ਸਿੰਘ ਬਾਦਲ ਆਏ ਸੀ, ਉਹ ਤੁਹਾਨੂੰ ਕੀ ਕਹਿਣਾ ਸੀ ਤੇ ਤੁਸੀਂ ਉਹਨਾਂ ਨੂੰ ਕੀ ਕਿਹਾ? ਤੇ ਮਾਨ ਸਾਹਿਬ ਨੇ ਉੱਥੇ ਕਿਹਾ ਕਿ ਉਹ ਮੈਨੂੰ ਅਸਲ ਦੇ ਵਿੱਚ ਮਜ਼ਾਕ ਕਰਨ ਆਏ ਸੀ। ਅੱਛਾ ਜੀ। ਉਹ ਕੰਸੈਂਸਸ ਵਾਸਤੇ ਨਹੀਂ ਆਏ, ਉਹ ਮੇਰੇ ਨਾਲ ਮਜ਼ਾਕ ਕਰਨ ਵਾਸਤੇ ਆਏ ਸੀ। ਤੇ ਫਿਰ ਮਾਨ ਸਾਹਿਬ ਨੇ ਉੱਥੇ ਹੋਰ ਗੱਲ ਕਹੀ। ਉਹ ਕਹਿੰਦੇ ਗੱਲ ਇਹ ਹੈ ਕਿ ਕੋਈ ਕਿਸੇ ਨੂੰ ਕਵੇ ਕਿ ਤੂੰ ਮੈਦਾਨ ਦੇ ਵਿੱਚੋਂ ਹਟ ਜਾ, ਉਹ ਤੋਂ ਪਹਿਲਾਂ ਕੁਰਬਾਨੀ ਆਪ ਨੂੰ ਕਰਨੀ ਪੈਂਦੀ ਹੈ। ਕਹਿੰਦੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਹੈ। ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਵਾਸਤੇ ਪਾਰਲੀਮੈਂਟ ਦੇ ਵਿੱਚ ਆਵਾਜ਼ ਬੁਲੰਦ ਕਰਨੀ ਪੈਣੀ ਹੈ। ਕੌਣ ਆਵਾਜ਼ ਉੱਥੇ ਬੁਲੰਦ ਕਰ ਸਕਦਾ ਹੈ? ਫੈਸਲਾ ਜਿਹੜੇ ਹੈਗੇ ਆ ਸਾਰੀਆਂ ਜਥੇਬੰਦੀਆਂ ਕਰਨ। ਨੰਬਰ 1। ਨੰਬਰ 2 ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਮੈਨੂੰ ਕਹਿਣ ਵਾਸਤੇ ਆਏ ਆ ਕਿ ਤੁਸੀਂ ਵਿਡਰਾ ਹੋ ਜਾਓ, ਆਪਣੇ ਆਪ ਨੂੰ ਵਿਡਰਾ ਕਰ ਲਓ ਇਸ ਚੋਣ ਦੇ ਵਿੱਚੋਂ, ਤੇ ਬੰਦੀ ਸਿੰਘਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਆਪਾਂ ਚੋਣ ਲੜਾ ਦਿੰਦੇ ਆ। ਕਹਿੰਦੇ ਮੈਂ ਪ੍ਰਬੰਧ ਕਰਨ ਨੂੰ ਤਿਆਰ ਹਾਂ, ਪਰ ਮੇਰੀ ਇੱਕ ਪ੍ਰਪੋਜ਼ਲ ਹੈ ਕਿ ਇਹ ਪਹਿਲਾਂ ਕੁਰਬਾਨੀ ਆਪਣੇ ਘਰ ਤੋਂ ਸ਼ੁਰੂ ਕਰੋ। ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਆ ਆਪਦੇ ਜੀ, ਔਰ ਉਹ ਅਸਤੀਫਾ ਦੇਣ ਤੇ ਕਿਸੇ ਬੰਦੀ ਸਿੰਘ ਦੇ ਪਰਿਵਾਰ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ। ਅੱਛਾ ਜੀ। ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਗੱਲ ਕਰਦੇ ਜਾਂ ਉਹਨਾਂ ਦੇ ਅਕਾਲ ਤਖਤ ਸਾਹਿਬ ਦੀ ਅਪੀਲ ਦੀ ਗੱਲ ਕਰਦੇ ਆ ਧਾਮੀ ਸਾਹਿਬ ਜੀ, ਸਾਡੇ ਜਿਹੜੇ SCPC ਦੇ ਪ੍ਰਧਾਨ ਹੈ, ਉਹਨਾਂ ਬਾਰੇ ਵੀ ਉਹਨਾਂ ਨੇ ਕਿਹਾ ਕਿ ਜੇ ਧਾਮੀ ਸਾਹਿਬ ਇਹ ਗੱਲ ਕਹਿੰਦੇ ਤੇ ਧਾਮੀ ਸਾਹਿਬ ਨੂੰ ਵੀ ਚਾਹੀਦੀ ਹੈ ਕਿ ਉਹ ਲਾਂਭੇ ਹੋ ਜਾਣ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਵੀ ਕਿਸੇ ਬੰਦੀ ਸਿੰਘ ਦੇ ਪਰਿਵਾਰ ਦੇ ਸੁਪੁਰਦ ਕਰ ਦਿੱਤੀ ਜਾਵੇ। ਅੱਛਾ ਜੀ। ਤੀਜੀ ਗੱਲ ਕਹਿੰਦੇ ਜੀ ਇੱਕ ਹੈਗੇ ਬਾਬਾ ਹਰਨਾਮ ਸਿੰਘ ਧੁੰਮਾ ਜੀ, ਉਹ ਦਮਦਮੀ ਟਕਸਾਲ ਦੇ ਮੁਖੀ ਹੈ। ਉਸ ਦਮਦਮੀ ਟਕਸਾਲ ਦੇ ਮੁਖੀ, ਜਿਸ ਦਮਦਮੀ ਟਕਸਾਲ ਦੇ ਮੁਖੀ ਕਿਸੇ ਜ਼ਮਾਨੇ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਤੱਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹੁੰਦੇ ਸੀ, ਉਹ ਕਹਿੰਦੇ ਵੀ ਉਹ ਵੀ ਕਿਸੇ ਬੰਦੀ ਸਿੰਘ ਨੂੰ ਬਣਾ ਦੇਣ। ਇੱਥੇ ਇੱਕ ਮੈਂ ਤੁਹਾਡੇ ਯਾਦ ਕਰਾਉਣਾ ਕਿ ਭਾਈ ਰਣਜੀਤ ਸਿੰਘ ਹੋਰਾਂ ਨੇ ਨਿਰੰਕਾਰੀ ਮੁਖੀ ਨੂੰ ਕਤਲ ਕੀਤਾ ਸੀ। ਅੱਛਾ ਜੀ। ਉਸ ਕਤਲ ਦੇ ਵਿੱਚ ਭਾਈ ਰਣਜੀਤ ਸਿੰਘ ਹੋਰਾਂ ਨੂੰ ਬਹੁਤ ਲੰਬੀ ਕੈਦ ਹੋ ਗਈ ਸੀ, ਉਮਰ ਕੈਦ ਹੋ ਗਈ ਸੀ ਜੀ। ਉਹ ਜੇਲ੍ਹ ਦੇ ਵਿੱਚ ਬੈਠੇ ਸੀ। ਉਹਨਾਂ ਨੂੰ ਰਿਹਾ ਕਰਵਾਉਣ ਵਾਸਤੇ ਉਸ ਵੇਲੇ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਸੀ, ਖਾਸ ਕਰਕੇ ਜਥੇਦਾਰ ਗੁਰਚਰਨ ਸਿੰਘ ਟੌੜਾ, ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਪ੍ਰਵੇਲ ਕੀਤਾ ਪ੍ਰਕਾਸ਼ ਸਿੰਘ ਬਾਦਲ ਤੇ ਸੁਰਜੀਤ ਸਿੰਘ ਬਰਨਾਲਾ ਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ। ਉਹਨਾਂ ਨੂੰ ਮਨਾਇਆ ਕਿ ਆਪਾਂ ਜੇ ਰਣਜੀਤ ਸਿੰਘ ਹੋਰਾਂ ਨੂੰ ਰਿਹਾ ਕਰਾਉਣਾ ਤੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਉਂ ਨਾ ਥਾਪ ਦਿੱਤਾ ਜਾਵੇ। ਅੱਛਾ ਜੀ। ਔਰ ਉਹਨਾਂ ਨੂੰ ਜੇਲ੍ਹ 'ਚ ਬੈਠਿਆਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਾਮਜ਼ਦ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਠੀਕ ਹੈ ਜੀ। ਫਿਰ ਅਕਾਲੀ ਲੀਡਰਸ਼ਿਪ ਨੇ ਪਰਸਿਊ ਕੀਤਾ ਸੀ ਤੇ ਭਾਈ ਰਣਜੀਤ ਸਿੰਘ ਹੋਰਾਂ ਨੂੰ ਰਿਹਾ ਕਰਵਾਇਆ ਸੀ। ਰਿਹਾ ਕਰਵਾਉਣ ਤੋਂ ਬਾਅਦ ਉਹਨਾਂ ਨੇ ਆਪਣਾ ਚਾਰਜ ਸੰਭਾਲਿਆ ਸੀ। ਠੀਕ ਹੈ ਜੀ। ਮੇਰੇ ਖਿਆਲ ਮੁਤਾਬਕ ਜੋ ਕੁਛ ਮਾਨ ਸਾਹਿਬ ਨੇ ਗੱਲਾਂ ਕਹੀਆਂ ਤੇ ਗੱਲਾਂ ਤਾਂ ਬਿਲਕੁਲ ਠੀਕ ਹੈ। ਤੇ ਮਾਨ ਸਾਹਿਬ ਨੇ ਇਹ ਵੀ ਕਹਿਤਾ ਸੀ ਵੀ ਜੇ ਇਹ ਕਰ ਦੇਣਗੇ ਤਾਂ ਮੈਂ ਵੀ ਵਿਡਰਾ ਕਰ ਲੂੰਗਾ ਆਪਣੇ ਆਪ ਨੂੰ ਜੀ। ਇੱਥੇ ਜਸਪ੍ਰੀਤ ਹੁਣ ਮੈਂ ਤੁਹਾਨੂੰ ਇੱਕ ਗੱਲ ਬੜੀ ਅੱਜ ਪਤੇ ਵਾਲੀ ਗੱਲ ਮੇਰੇ ਯਾਦ ਆ ਗਈ, ਉਹ ਮੈਂ ਗੱਲ ਕਰਨੀ ਚਾਹੂੰਗਾ ਜੀ। ਉਹ ਗੱਲ ਇਹ ਹੈ ਕਿ 1991 ਦੇ ਵਿੱਚ ਬਹੁਤ ਲੰਬਾ ਸਮਾਂ ਪੰਜਾਬ ਦੇ ਵਿੱਚ ਚੋਣਾਂ ਨਹੀਂ ਹੋਈਆਂ ਸੀ। 1980 ਦੇ ਵਿੱਚ ਹੋਈਆਂ ਸੀ। 1980 ਦੇ ਵਿੱਚ ਮੁੱਖ ਮੰਤਰੀ ਬਣ ਗਏ ਸੀ ਦਰਬਾਰਾ ਸਿੰਘ ਜੀ। ਕੁਝ ਸਮੇਂ ਬਾਅਦ ਜਦੋਂ ਇੱਥੇ ਘਟਨਾਵਾਂ ਮਾਰ ਧਾੜ ਦੀਆਂ ਵੱਧ ਗਈਆਂ ਸੀ ਤੇ ਦਰਬਾਰਾ ਸਿੰਘ ਦੀ ਸਰਕਾਰ ਨੂੰ ਭੰਗ ਕਰਤਾ ਸੀ, ਅਸੈਂਬਲੀ ਸਸਪੈਂਡ ਕਰਤੀ ਸੀ, ਫਿਰ ਅਸੈਂਬਲੀ ਭੰਗ ਕਰਤੀ ਸੀ ਤੇ ਰਾਸ਼ਟਰਪਤੀ ਰਾਜ ਲੱਗ ਗਿਆ ਸੀ ਜੀ। ਇਹ ਰਾਸ਼ਟਰਪਤੀ ਰਾਜ 1985 ਤੱਕ ਰਿਹਾ। 5 ਸਾਲ ਇੱਥੇ ਚੋਣ ਨਹੀਂ ਹੋਈ ਸੀ। ਅੱਛਾ ਜੀ। 5 ਸਾਲਾਂ ਬਾਅਦ ਜਦੋਂ 1985 ਦੇ ਵਿੱਚ ਚੋਣ ਹੁੰਦੀ ਹੈ ਤਾਂ ਉਸ ਚੋਣ ਦੇ ਵਿੱਚ ਸਰਦਾਰ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਗਏ ਸੀ। ਬਾਅਦ ਦੇ ਵਿੱਚ ਉਹਨਾਂ ਦੀ ਸਰਕਾਰ ਵੀ ਟੁੱਟ ਗਈ ਸੀ। ਫਿਰ ਦੁਬਾਰਾ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਸੀ। ਅੱਛਾ ਜੀ। 1999 ਦੇ ਵਿੱਚ ਫਿਰ ਚੋਣਾਂ ਹੁੰਦੀਆਂ ਲੋਕ ਸਭਾ ਦੀਆਂ। ਉਹਦੇ ਵਿੱਚ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਪੰਜਾਬ ਦੀਆਂ
13 ਸੀਟਾਂ ਦੇ ਵਿੱਚੋਂ 2 ਕਾਂਗਰਸ ਪਾਰਟੀ ਨੇ ਜਿੱਤੀਆਂ ਸੀ। ਜੀ ਇੱਕ ਜਿਹੜੀ ਗੁਰਦਾਸਪੁਰ ਸੀਟ ਹੈ ਉਹ ਸੁਖਵੰਤ ਕੌਰ ਭਿੰਡਰ ਜਿੱਤ ਗਈ ਸੀ, ਅੱਛਾ ਜੀ ਔਰ ਜਿਹੜੀ ਹੁਸ਼ਿਆਰਪੁਰ ਸੀਟ ਹੈ ਉੱਥੋਂ ਜਿੱਤ ਗਈ ਸੀ ਕਮਲ ਚੌਧਰੀ। ਠੀਕ ਹੈ ਜੀ ਬਾਕੀ 11 ਸੀਟਾਂ ਦੇ ਉੱਤੇ ਮਾਨ ਸਾਹਿਬ ਦੇ ਜਿਹੜੇ ਸਮਰਥਕ ਜਾਂ ਉਹਨਾਂ ਦੀ ਜਿਹੜੀ ਹੈਗੀ ਹੈ ਵਿਚਾਰਧਾਰਾ ਨਾਲ ਸੰਬੰਧਿਤ ਜਿਹੜੇ ਲੋਕ ਸੀ ਉਹ ਚੋਣਾਂ ਜਿੱਤ ਗਏ ਸੀ। ਠੀਕ ਹੈ ਜੀ 13 ਦੇ ਵਿੱਚੋਂ 11 ਸੀਟਾਂ ਦੇ ਉੱਤੇ ਚੋਣ ਜਿੱਤ ਗਏ ਸੀ। ਤੇ ਜਿਹੜਾ ਟਕਸਾਲੀ ਜਿਹੜਾ ਰਵਾਇਤੀ ਅਕਾਲੀ ਦਲ ਸੀ, ਜਿਹਨੂੰ ਆਪਾਂ ਬਾਦਲ ਅਕਾਲੀ ਦਲ ਕਹਿ ਦਿੰਦੇ, ਇਹਨਾਂ ਦੀਆਂ ਪੰਜਾਬ ਦੇ ਵਿੱਚ ਸਾਰੇ ਪੰਜਾਬ 'ਚੋਂ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ, ਅੱਛਾ ਕਿਤੇ ਜੀ ਜ਼ਮਾਨਤ ਵੀ ਨਹੀਂ ਬਚੀ ਸੀ। ਫਿਰ ਉਸ ਤੋਂ ਠੀਕ ਬਾਅਦ ਹੈ ਜੀ। 1991 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ। ਜੀ ਵਿਧਾਨ ਸਭਾ ਦੀਆਂ ਚੋਣਾਂ ਦਾ ਚੋਣ ਪ੍ਰਚਾਰ ਪੂਰਾ ਸਿਖਰ ਤੇ ਪਹੁੰਚ ਗਿਆ। ਵੋਟਾਂ ਪੈਣ ਵਾਸਤੇ ਸ਼ਾਮ ਨੂੰ, ਜਿਵੇਂ ਕੱਲ ਸਵੇਰੇ ਵੋਟਾਂ ਪੈਣੀਆਂ, ਅੱਜ ਸ਼ਾਮ ਨੂੰ ਪੋਲਿੰਗ ਪਾਰਟੀਆਂ ਪਿੰਡਾਂ 'ਚ ਪਹੁੰਚ ਗਈਆਂ। ਠੀਕ ਹੈ ਜੀ ਇਸੇ ਸਮੇਂ ਦੌਰਾਨ, ਕਿਉਂਕਿ ਸਾਰੇ ਦੇਸ਼ ਦੇ ਵਿੱਚ ਚੋਣਾਂ ਹੁੰਦੀਆਂ ਸੀ ਪਾਰਲੀਮੈਂਟ ਦੀਆਂ ਚੋਣਾਂ ਹੋ ਗਈਆਂ ਤੇ ਪਤਾ ਲੱਗਿਆ ਆਪਣਾ ਰਾਜੀਵ ਗਾਂਧੀ ਦਾ ਕਤਲ ਹੋ ਗਿਆ ਸੀ। ਜੀ ਰਾਜੀਵ ਗਾਂਧੀ ਦੇ ਕਤਲ ਹੋਣ ਤੋਂ ਬਾਅਦ ਜਿਹੜੇ ਪਹਿਲੇ ਰਿਜ਼ਲਟ ਆਏ ਤੇ ਉਹਨਾਂ ਰਿਜ਼ਲਟਾਂ ਦੇ ਵਿੱਚ ਪਤਾ ਲੱਗਿਆ ਵੀ ਕਾਂਗਰਸ ਪਾਰਟੀ ਲੀਡ ਲੈ ਰਹੀ ਹੈ। ਠੀਕ ਹੈ ਔਰ ਜੀ ਬਣਾਇਆ ਕਿਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸੀਗਾ, ਨਾਮਜ਼ਦ ਕਰ ਦਿੱਤਾ ਨਰਸਿਮਹਾ ਰਾਓ ਨੂੰ। ਨਰਸਿਮਹਾ ਜੀ। ਰਾਓ ਨੇ ਵੇਲੇ ਦੇ ਜਿਹੜੇ ਚੋਣ ਕਮਿਸ਼ਨਰ ਸੀਗੇ, ਮੇਰੇ ਖਿਆਲ TN ਸ਼ੇਸ਼ਨ ਸੀ, ਤੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਵੀ ਮੈਨੂੰ ਨਹੀਂ ਪਤਾ, ਆਹ ਜਿਹੜੀ ਹੈਗੀ ਹੈ ਤੁਸੀਂ ਜਿਹੜੀ ਪੰਜਾਬ ਦੀ ਚੋਣ ਰੱਦ ਕਰ ਦਿਓ। ਐਂਡ ਲਾਸਟ ਮੂਵਮੈਂਟ ਦੇ ਉੱਤੇ ਜਦੋਂ ਪੋਲਿੰਗ ਸਟਾਰਟ ਹੋਣ ਦੇ ਵਿੱਚ ਕੁਝ ਘੰਟੇ ਰਹਿੰਦੇ ਸੀ, ਉਸ ਅੱਛਾ ਜੀ ਵੇਲੇ ਉਹ 1991 ਵਾਲੀਆਂ ਜਿਹੜੀਆਂ ਚੋਣਾਂ ਰੱਦ ਹੋ ਗਈਆਂ ਸੀ। ਅੱਛਾ ਜੀ ਔਰ ਉਹਨਾਂ ਚੋਣਾਂ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੇ ਚੋਣਾਂ ਲੜੀਆਂ ਸੀ। ਬਾਦਲ ਠੀਕ ਹੈ ਸਾਹਿਬ ਜੀ। ਨੇ ਆਪ ਨਹੀਂ ਚੋਣ ਲੜੀ ਸੀ। ਅੱਛਾ ਜੀ ਗਿੱਦੜਬਾਹਾ ਜਿਹੜਾ ਉਹਨਾਂ ਦਾ ਰਵਾਇਤੀ ਹਲਕਾ ਸੀ, ਉਸ ਹਲਕੇ ਤੋਂ ਬਾਦਲ ਸਾਹਿਬ ਨੇ ਜਬਰਜੰਗ ਸਿੰਘ ਚੱਕ ਦੂਹੇ ਵਾਲੇ ਨੂੰ ਖੜਾ ਕਰ ਦਿੱਤਾ ਸੀ ਠੀਕ ਹੈ ਅਕਾਲੀ ਦਲ ਜੀ। ਦੇ ਕੈਂਡੀਡੇਟ ਵੱਲੋਂ, ਲੇਕਿਨ ਆਪ ਨਹੀਂ ਖੜੇ ਹੋਏ ਸੀ। ਜੀ ਉਹਨਾਂ ਚੋਣਾਂ ਦੇ ਦੌਰਾਨ ਅਕਾਲੀ ਦਲ ਦੇ 20 ਦੇ ਕਰੀਬ ਜਿਹੜੇ ਹੈਗੇ ਆ ਕੈਂਡੀਡੇਟ ਉਹ ਮਾਰੇ ਗਏ ਸੀ ਖਾੜਕੂਆਂ ਦੀਆਂ ਗੋਲੀਆਂ ਦੇ ਨਾਲ। ਅੱਛਾ ਫਿਰ ਜੀ। ਆਉਂਦੀ ਹੈ 1992 ਦੀ ਚੋਣ। 1992 ਦੀ ਚੋਣ ਆਈ, ਜਦੋਂ 1992 ਦੀ ਚੋਣ ਦੇ ਵਿੱਚ ਕੀ ਕਰਨਾ ਚਾਹੀਦਾ ਸਾਨੂੰ, ਉੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਜੇ ਕਿਤੇ ਚੋਣ ਉਹ ਲੜ ਲੈਂਦੇ ਜੀ ਤਾਂ ਮੁੱਖ ਮੰਤਰੀ ਕਦੇ ਵੀ ਬੇਅੰਤ ਸਿੰਘ ਨੇ ਨਹੀਂ ਸੀ ਬਣਨਾ। ਠੀਕ ਹੈ ਜੀ ਸਰਕਾਰ ਅਕਾਲੀ ਦਲ ਅੰਮ੍ਰਿਤਸਰ ਦੀ ਬਣਨੀ ਸੀ ਤੇ ਮੁੱਖ ਮੰਤਰੀ ਬਣਨਾ ਸੀ ਸਿਮਰਜੀਤ ਸਿੰਘ ਮਾਨ ਹੋਰਾਂ ਨੇ। ਅੱਛਾ ਪਰ ਜੀ। ਹੋਇਆ ਕੀ, ਸਿਮਰਜੀਤ ਸਿੰਘ ਮਾਨ ਹੋਰਾਂ ਨੇ ਆਪਣੀ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਰਹਿ ਮਸ਼ਵਰਾ ਕਰਕੇ ਇੱਕ ਜਿਹੜੀ ਹੈਗੀ ਆ, ਆਪਾਂ ਜਿਹਨੂੰ ਕਹਿ ਸਕਦੇ ਆ ਪ੍ਰਪੋਜ਼ਲ, ਇੱਕ ਤਜਵੀਜ਼ ਤਿਆਰ ਕਰ ਲਈ ਜੀ ਕਿ ਕਿੰਨਾ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਣ, ਕਿਹੜੇ ਹਲਕਿਆਂ ਤੋਂ। ਜਿਹੜੀ ਉਹ ਤਜਵੀਜ਼ ਉਹਨਾਂ ਨੇ ਬਣਾਈ ਸੀ, ਉਸ ਤਜਵੀਜ਼ ਦੀ ਪ੍ਰਵਾਨਗੀ ਲੈਣ ਵਾਸਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਗੁਰੂ ਘਰ ਹੈ, ਉਸ ਜੀ। ਗੁਰੂ ਘਰ ਦੇ ਵਿੱਚ ਉਹਨਾਂ ਨੇ ਆਪਣੀ ਮੀਟਿੰਗ ਰੱਖ ਲਈ। ਅੱਛਾ ਜੀ ਉਹਨਾਂ ਨੂੰ ਇਹ ਸੀ ਕਿ ਮੀਟਿੰਗ ਦੇ ਵਿੱਚ ਜਿਹੜੀ ਸਾਡੀ ਪ੍ਰਪੋਜ਼ਲ ਆ, ਕੁਝ ਨਾ ਕੱਟੇ ਜਾ ਸਕਦੇ ਆ, ਨਵੇਂ ਪਾਏ ਜਾ ਸਕਦੇ ਆ, ਤੇ ਇਹਦੇ ਵਿੱਚੋਂ ਸਾਡੀ ਜਿਹੜੀ ਹੈਗੀ ਹੈ ਸਰਬਸੰਮਤੀ ਦੀ ਜਾਂ ਜਿਹੜੀ ਬਹੁਤ ਸੰਮਤੀ ਦੀ ਰਾਏ ਬਣ ਗਈ, ਉਹਦੇ ਮੁਤਾਬਕ ਆਪਾਂ ਕੈਂਡੀਡੇਟਸ ਦਾ ਐਲਾਨ ਕਰ ਦੇਣਾ ਸੀ। ਜੀ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਰੱਖ ਲਈ ਕਿ ਠੀਕ ਹੈ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਮੀਟਿੰਗ ਤੋਂ ਵਿਹਲੇ ਹੋ ਕੇ ਨਾਲ ਦੀ ਨਾਲ ਹੀ ਆਪਣਾ ਟਾਈਮ ਫਿਕਸ ਕਰ ਲਿਆ ਕਿ ਇੰਨੇ ਚਿਰ 'ਚ ਆਪਾਂ ਚੰਡੀਗੜ੍ਹ ਪਹੁੰਚ ਜਾਾਂਗੇ। ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਤੇ ਕੈਂਡੀਡੇਟਾਂ ਦੀ ਲਿਸਟ ਜਿਹੜੀ ਆ ਉਹ ਜਾਰੀ ਕਰ ਦਿਆਂਗੇ। ਠੀਕ ਹੈ ਜੀ ਜਦੋਂ ਮਾਨ ਸਾਹਿਬ ਤੇ ਉਹਨਾਂ ਦੇ ਸਮਰਥਕ ਮੀਟਿੰਗ ਕਰਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਚੋਂ ਬਾਹਰ ਨਿਕਲਣ ਲੱਗੇ ਤੇ ਜੀ। ਐਨ ਮੌਕੇ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਪਹੁੰਚ ਗਏ। ਅੱਛਾ ਜੀ ਤੇ ਬਾਦਲ ਸਾਹਿਬ ਹੋਰਾਂ ਨੇ ਕਿਹਾ ਵੀ ਮਾਨ ਸਾਹਿਬ ਤੁਹਾਡੇ ਨਾਲ ਗੱਲ ਕਰਨੀ। ਉਹ ਕਹਿੰਦੇ ਜੀ ਕਰੋ। ਕਹਿੰਦੇ ਜੀ ਚੋਣਾਂ, ਉਹ ਕਹਿੰਦੇ ਜੀ ਮੈਂ ਤਾਂ ਜਾ ਰਿਹਾ ਚੰਡੀਗੜ੍ਹ, ਸਾਡੀ ਉੱਥੇ ਪ੍ਰੈਸ ਕਾਨਫਰੰਸ ਰੱਖੀ ਹੈ ਤੇ ਅਸੀਂ ਕੈਂਡੀਡੇਟ ਆਪਣੇ ਐਲਾਨ ਕਰ ਰਹੇ ਹਾਂ। ਜੀ ਬਾਦਲ ਸਾਹਿਬ ਕਹਿੰਦੇ ਮਾਨ ਸਾਹਿਬ ਸਾਰਾ ਪੰਥ ਤੁਹਾਡੇ ਵਾਲੀ ਲਾਈਨ ਤੇ ਆ ਗਿਆ, ਤੁਸੀਂ ਖਾਲਿਸਤਾਨ ਦੀ ਡਿਮਾਂਡ ਕਰਦੇ ਹੋ ਤੇ ਅਸੀਂ ਚੋਣਾਂ ਦਾ ਬਾਈਕਾਟ ਕਰਦੇ ਹਾਂ। ਆਪਾਂ ਇਸ ਅੱਛਾ ਜੀ। ਕਨਸਟੀਟਿਊਸ਼ਨ ਦੇ ਹੇਠ ਚੋਣਾਂ ਹੀ ਨਹੀਂ ਲੜ ਸਕਦੇ, ਸਾਡੇ ਨਾਲ ਕਿੰਨਾ ਧੱਕਾ ਹੁੰਦਾ ਹੈ। ਜਦੋਂ ਸਾਰੇ ਪੰਥ ਨੇ, ਪੰਜਾਬ ਦੇ ਲੋਕਾਂ ਨੇ ਬਾਈਕਾਟ ਕਰ ਦਿੱਤਾ ਤੇ ਚੋਣਾਂ ਦਾ ਮਤਲਬ ਕੀ ਰਹਿ ਗਿਆ, ਗੱਲ ਆਪਣੀ ਗਾਂਹ ਵਧੂਗੀ। ਜੀ ਬਾਦਲ ਸਾਹਿਬ ਨੇ ਕਹਿਤਾ। ਮੇਰੀ ਸਿਮਰਜੀਤ ਸਿੰਘ ਮਾਨ ਹੋਰਾਂ ਨਾਲ ਗੱਲ ਹੋਈ, ਬੰਦੇ ਬੜੇ ਭਾਵੁਕ ਹੈ। ਜੀ ਉਹਨਾਂ ਨੇ ਦੇਖਿਆ ਕਿ ਮੇਰੇ ਵਾਲਾ ਮਾਮਲਾ ਇਹਨਾਂ ਨੇ ਅਡਾਪਟ ਕਰ ਲਿਆ। ਉੱਥੇ ਮਾਨ ਸਾਹਿਬ ਇੱਕ ਜਿਹੜਾ ਪੋਲੀਟੀਕਲ ਸਾਜ਼ਿਸ਼ ਦਾ ਸ਼ਿਕਾਰ ਹੋ ਗਏ। ਠੀਕ ਹੈ ਜੀ ਤੇ ਮਾਨ ਸਾਹਿਬ ਨੇ ਜਿਹੜੀ ਮੀਟਿੰਗ ਦੇ ਵਿੱਚ ਉਹਨਾਂ ਨੇ ਆਪਣੇ ਕੈਂਡੀਡੇਟਸ ਦਾ ਐਲਾਨ ਕਰਨਾ ਸੀ, ਉਸ ਮੀਟਿੰਗ ਦੇ ਵਿੱਚ ਆ ਕੇ ਪ੍ਰਭਾਵਿਤ ਹੋ ਕੇ ਕਿ ਪ੍ਰਕਾਸ਼ ਸਿੰਘ ਬਾਦਲ ਵੀ ਮੇਰੇ ਵਾਲੀ ਲਾਈਨ ਤੇ ਆ ਗਿਆ, ਉਹਨਾਂ ਨੇ ਜਾ ਕੇ ਚੋਣਾਂ ਦਾ ਬਾਈਕਾਟ ਕਰ ਦਿੱਤਾ। ਤੇ ਚੋਣਾਂ ਦਾ ਬਾਈਕਾਟ ਕਰਨ ਦਾ ਨਤੀਜਾ ਇਹ ਹੋਇਆ, ਟੋਟਲ 13% ਵੋਟਾਂ ਪਈਆਂ ਸੀ। ਅੱਛਾ ਜੀ 13% ਵੋਟਾਂ ਦੇ ਨਾਲ ਕਾਂਗਰਸ ਪਾਰਟੀ ਨੂੰ ਮੇਰੇ ਖਿਆਲ 10% ਪੈ ਗਈਆਂ ਹੋਣਗੀਆਂ, ਬਾਕੀ ਇੱਧਰ ਉੱਧਰ ਹੋ ਗਈਆਂ। ਔਰ ਜੀ। ਬੇਅੰਤ ਸਿੰਘ ਮੁੱਖ ਮੰਤਰੀ ਬਣਨ ਵਾਸਤੇ ਕਾਮਯਾਬ ਹੋ ਗਿਆ ਸੀ। ਠੀਕ ਹੈ ਜੀ ਜੇ ਉਸ ਵੇਲੇ ਸਿਮਰਜੀਤ ਸਿੰਘ ਮਾਨ ਪ੍ਰਕਾਸ਼ ਸਿੰਘ ਬਾਦਲ ਦੇ ਝਾਂਸੇ 'ਚ ਨਾ ਆਉਂਦਾ, ਚੋਣ ਲੜ ਲੈਂਦੇ, ਤੇ ਮੈਂ ਯਕੀਨ ਨਾਲ ਕਹਿ ਸਕਦਾ ਕਿ ਬਾਦਲ ਪਰਿਵਾਰ ਕਦੇ ਵੀ ਮੁੜ ਕੇ ਸੱਤਾ 'ਚ ਨਹੀਂ ਸੀ ਆ ਸਕਦਾ ਤੇ ਅਸਲਾ ਅਕਾਲੀ ਦਲ ਹੋਰ ਹੋਣਾ ਸੀ, ਅੱਜ ਵਾਲਾ ਨਹੀਂ ਸੀ। ਅੱਛਾ ਜੀ ਲੇਕਿਨ ਉਹ ਆ ਗਏ ਉਹਦੇ 'ਚ।
ਉਹਦੇ 'ਚ ਆਉਣ ਤੋਂ ਬਾਅਦ ਫਿਰ ਆਪਾਂ ਨੂੰ ਪਤਾ ਵੀ ਕਿੰਨਾ ਕੁਛ ਹੋਇਆ। ਉਸ ਵੇਲੇ ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ ਤਾਂ ਇਸ ਦੇਸ਼ ਦੇ ਵਿੱਚ ਹੁੰਦੇ ਹੀ ਨਹੀਂ ਸੀ, ਇਹ ਤਾਂ ਬਿਲਕੁਲ ਵਿਦੇਸ਼ਾਂ 'ਚ ਪੜ੍ਹਨ ਵਾਸਤੇ ਗਏ ਸੀ। ਜੀ ਮਾਨ ਸਾਹਿਬ ਨੇ ਉੱਥੇ ਇੱਕ ਠੇਬਾ ਖਾਧਾ, ਟਪਲਾ ਖਾਧਾ। ਉਸ ਟਪਲੇ ਤੋਂ ਬਾਅਦ ਉਹਨਾਂ ਨੇ ਬਹੁਤ ਕੁਝ ਸਿੱਖਿਆ। ਮੈਂ ਜਿੱਦਣੇ ਸੁਖਬੀਰ ਸਿੰਘ ਬਾਦਲ ਹੋਰੀ ਮਾਨ ਸਾਹਿਬ ਨੂੰ ਮਿਲਣ ਵਾਸਤੇ ਗਏ ਤੇ ਮੈਂ ਦੇਖ ਰਿਹਾ ਸੀ ਟੀਵੀ, ਮੈਂ ਦੇਖਿਆ ਬੜੀ ਨੀਜ਼ ਨਾਲ। ਜਦੋਂ ਬਾਹਰ ਆਏ, ਬਾਹਰ ਆ ਕੇ ਸੁਖਬੀਰ ਸਿੰਘ ਬਾਦਲ ਦੀ ਬਾਡੀ ਲੈਂਗੁਏਜ ਜਿਹੜੀ ਹੈ ਕੁਛ ਹੋਰ ਦੱਸਦੀ ਸੀ, ਜੀ ਲੇਕਿਨ ਮਾਨ ਸਾਹਿਬ ਦੀਆਂ ਜਿਹੜੀਆਂ ਹੈਗੀਆਂ ਚਿਹਰੇ ਦੇ ਉੱਤੇ ਰੌਣਕ ਵੀ ਸੀ ਤੇ ਮਾਨ ਸਾਹਿਬ ਦੀਆਂ ਅੱਖਾਂ ਹੱਸਦੀਆਂ ਸੀ। ਅੱਛਾ ਜੀ ਜਦੋਂ ਅੱਖਾਂ ਹੱਸਦੀਆਂ ਸੀ ਤੇ ਫਿਰ ਮੇਰੇ ਉਹ ਸਾਰਾ ਉਹ ਸਮਾਂ ਯਾਦ ਆਇਆ ਵੀ ਉਸ ਵੇਲੇ ਤਾਂ ਪਿਓ ਆਇਆ ਸੀ ਮਾਨ ਸਾਹਿਬ ਨੂੰ ਠੱਗਣ ਵਾਸਤੇ ਜੀ ਤੇ ਉਹ ਠੱਗੇ ਗਏ ਸੀ। ਹੁਣ ਪੁੱਤ ਆਇਆ ਸੀ ਤੇ ਐਤਕੀ ਮਾਨ ਸਾਹਿਬ ਉਹਦੇ ਪਚਲਾਵੇ ਦੇ ਵਿੱਚ ਨਹੀਂ ਆਏ। ਹੁਣ ਜੀ। ਅਖੀਰ ਨੂੰ ਕੋਈ ਦਾ ਨਾ ਜਾਂਦਾ ਦੇਖ ਕੇ ਫਿਰ ਅਕਾਲੀ ਦਲ ਨੇ ਆ ਕੇ ਐਲਾਨ ਕਰਤਾ ਬੀਬੀ ਕਮਲਦੀਪ ਕੌਰ ਦਾ ਕਿ ਸਾਡੀ ਕੈਂਡੀਡੇਟ ਬੀਬੀ ਕਮਲਦੀਪ ਕੌਰ ਹੋਊਗੀ। ਜੀ ਕਮਲਦੀਪ ਕੌਰ ਜਿਹੜੇ ਬੇਅੰਤ ਸਿੰਘ ਕਤਲकांड ਦੇ ਵਿੱਚ ਇਸ ਵੇਲੇ ਜੇਲ੍ਹ 'ਚ ਬੰਦ ਹੈ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੂੰਹ ਬੋਲਦੀ ਭੈਣ ਹੈ। ਉਹਨੂੰ ਉਹਨਾਂ ਨੇ ਟਿਕਟ ਦਿੱਤੀ। ਉਹਨਾਂ ਨੂੰ ਇਹ ਸੀ ਕਿ ਬੀਬੀ ਰਾਜੋਆਣਾ ਦੇ ਨਾਂ ਦੇ ਉੱਤੇ ਮਾਨ ਸਾਹਿਬ ਪਿਘਲ ਜਾਣਗੇ, ਲੇਕਿਨ ਮਾਨ ਸਾਹਿਬ ਉਹਦੇ 'ਚ ਪਿਘਲੇ ਨਹੀਂ। ਮਾਨ ਸਾਹਿਬ ਨੇ ਆ ਕੇ ਲੌਜਿਕ ਨਾਲ ਗੱਲ ਕੀਤੀ ਕਿ ਨਹੀਂ ਭਾਈ, ਇਹ ਜਿਵੇਂ ਪਹਿਲਾਂ ਮਤਲਬ ਇੱਕ ਤਰੀਕੇ ਦੇ ਨਾਲ ਕਿ ਜੀ ਸਾਰਾ ਪੰਥ ਤੁਹਾਡੇ ਨਾਲ ਹੈ ਤੇ ਅਸੀਂ ਬਾਈਕਾਟ ਕਰਦੇ ਹਾਂ, ਖਾਲਿਸਤਾਨ ਦੇ ਤੁਸੀਂ ਹਮਾਇਤੀ ਹੋ, ਤੇ ਉੱਥੇ ਗੱਲ ਆ ਗਈ ਸੀ। ਐਤਕੀ ਉਸ ਟਪਲੇ ਦੇ ਵਿੱਚ ਨਹੀਂ ਆਏ ਤੇ ਬੀਬੀ ਦੇ ਹੱਕ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਵਿਡਰਾ ਕਰਨ ਤੋਂ ਇਨਕਾਰ ਕਰਤਾ। ਬਿਲਕੁਲ ਕੱਲ ਜੀ। ਬੀਬਾ ਜੀ ਨੇ ਮਤਲਬ ਫਿਰ ਇੱਕ ਭਾਵਕ ਅਪੀਲ ਕੀਤੀ ਹੈ ਔਰ ਜੀ। ਅਕਾਲੀ ਦਲ ਦੇ ਜਿਹੜਾ ਹੈਗਾ ਉਹਨਾਂ ਦਾ ਮੀਡੀਆ ਤੰਤਰ ਦੇ ਰਾਹੀਂ ਉਸ ਭਾਵਕ ਅਪੀਲ ਨੂੰ ਪ੍ਰਚਾਰਿਆ ਵੀ ਗਿਆ। ਅੱਛਾ ਜੀ ਉਹਦੇ ਰਾਹੀਂ ਬੀਬੀ ਨੇ ਸਾਰੇ ਪੰਥ ਨੂੰ ਅਪੀਲ ਕੀਤੀ ਹੈ ਕਿ ਭਾਈ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਤੁਸੀਂ ਸਾਡੀ ਮਦਦ ਕਰੋ। ਜੀ ਤੇ ਨਾਲ ਉਹਨਾਂ ਨੇ ਉਚੇਚੇ ਤੌਰ ਦੇ ਉੱਤੇ ਸਿਮਰਜੀਤ ਸਿੰਘ ਮਾਨ ਨੂੰ ਵੀ ਬੇਨਤੀ ਕੀਤੀ ਹੈ ਕਿ ਤੁਹਾਡੀ ਮਦਦ ਦੀ ਵੀ ਲੋੜ ਹੈ ਅੱਛਾ ਤੇ ਜੀ ਤੁਸੀਂ ਮਦਦ ਕਰੋ। ਖੈਰ ਹੁਣ ਜਿਹੜੀ ਹੈਗੀ ਪੋਜੀਸ਼ਨ ਬਿਲਕੁਲ ਸਾਫ਼ ਹੋ ਗਈ। ਤੁਸੀਂ ਦੱਸ ਹੀ ਦਿੱਤਾ ਦੋ ਕੈਂਡੀਡੇਟ ਬਈ ਉਹ ਆਪਣੇ ਜੀ, ਢਿੱਲੋਂ ਸਾਹਿਬ ਆ ਗਏ ਹੈ। ਜੀ ਕੇਵਲ ਸਿੰਘ ਢਿੱਲੋਂ ਕਾਂਗਰਸ ਵੱਲੋਂ ਆ ਗਏ, ਆਪਣੇ ਭਾਜਪਾ ਬੀਜੇਪੀ ਵੱਲੋਂ ਵੱਲੋਂ ਆ ਆ ਗਏ ਔਰ ਕਾਂਗਰਸ ਵੱਲੋਂ ਦਲਵੀਰ ਸਿੰਘ ਗੋਲਡੀ ਆ ਗਏ। ਜੀ ਦਲਵੀਰ ਗੋਲਡੀ ਬਾਰੇ ਮੈਂ ਦੋ ਗੱਲਾਂ ਕਹਿਣੀਆਂ ਚਾਹੂੰਗਾ। ਜ਼ਰੂਰ ਜੀ। ਦਲਵੀਰ ਸਿੰਘ ਗੋਲਡੀ ਜਿਹੜਾ ਹੈਗਾ ਉਹ ਸਟੂਡੈਂਟ ਮੂਵਮੈਂਟ ਚੋਂ ਆਇਆ ਹੈ। ਬਿਲਕੁਲ ਜੀ ਉਹ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ ਦਾ ਪ੍ਰੈਜ਼ੀਡੈਂਟ ਰਿਹਾ ਬਿਲਕੁਲ ਜੀ ਔਰ ਉਹ ਬੰਦੇ ਨੇ ਜ਼ਮੀਨ ਦੇ ਨਾਲੋਂ ਬੰਦਾ ਜੁੜਿਆ ਹੋਇਆ ਹੈ। ਬਿਲਕੁਲ ਉਹ ਜੀ। ਇਸ ਚੀਜ਼ ਦੇ ਤਜਰਬੇ ਮੈਂ ਵੀ ਖੁਦ ਦੇਖੇ ਹੋਏ ਆ ਉਹਨਾਂ ਦੇ ਨਾਲ। ਤੁਸੀਂ ਵੀ ਦੇਖਿਆ ਹੋਣਾ। ਦੇਖੋ ਜੀ। ਜਿੰਨਾ ਕਿ ਮੈਂ ਜਾਣਦਾ ਉਸ ਸ਼ਖਸ ਬਾਰੇ, ਉਹ ਇੰਨਾ ਕਿ ਮੈਂ ਜਾਣਦਾ ਕਿ ਜਦੋਂ ਧੂਰੀ ਤੋਂ ਜਿਹੜੀ ਸੰਗਰੂਰ ਤੋਂ ਧੂਰੀ ਨੂੰ ਜਿਹੜੀ ਸੜਕ ਜਾਂਦੀ ਹੈ ਜੀ ਉੱਥੇ ਟੋਲ ਪਲਾਜ਼ਾ ਲੱਗਿਆ ਹੋਇਆ ਹੈ। ਬਿਲਕੁਲ ਜੀ ਉਸ ਟੋਲ ਪਲਾਜ਼ੇ ਦੇ ਉੱਤੇ ਜਿਹੜਾ ਹੈਗਾ ਬੜਾ ਵੱਡੀ ਇੱਕ ਪ੍ਰੋਬਲਮ ਆਉਂਦੀ ਹੈ। ਬਿਲਕੁਲ ਉਹ ਜੀ ਪ੍ਰੋਬਲਮ ਵੀ ਹੈ ਬਹੁਤ ਜਿਹੜੇ ਹੈ। ਲੋਕਲ ਬੰਦੇ ਉਹਨਾਂ ਨੂੰ ਟੋਲ ਪਲਾਜ਼ਾ ਦੇਣਾ ਪੈਂਦਾ ਹੈ। ਦਲਵੀਰ ਗੋਲਡੀ ਹੋਰਾਂ ਨੇ ਆਪਣੇ ਹਲਕੇ ਦੇ ਲੋਕਾਂ ਦੀ ਤਕਲੀਫ ਨੂੰ ਸਮਝਦਿਆਂ ਆਪਣੇ ਪੱਧਰ ਦੇ ਉੱਤੇ ਉਹਨੇ ਚਾਹੇ ਆਪਦੀ ਜੇਬ ਚੋਂ ਪੈਸੇ ਲਾਏ, ਚਾਹੇ ਲੋਕਾਂ ਤੋਂ ਇਕੱਠੇ ਕਰਕੇ ਲਾਏ, ਇੱਕ ਪੈਰਲਲ ਸੜਕ ਬਣਾਤੀ ਸੀ ਬਿਲਕੁਲ ਜੀ ਔਰ ਉਸ ਕੰਪਨੀ ਵਾਲਿਆਂ ਨੇ ਬਹੁਤ ਪੇਸ਼ਕਸ਼ ਕੀਤੀ ਸੀ। ਮੈਨੂੰ ਇਹ ਪਤਾ ਲੱਗਾ ਕਿ ਵੱਡੀਆਂ ਗੱਡੀਆਂ ਦੀ ਪੇਸ਼ਕਸ਼ ਵੀ ਕੀਤੀ ਸੀ। ਅੱਛਾ ਜੀ ਇੱਥੋਂ ਤੱਕ ਕਿ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਇਨਕਲੂਡਿੰਗ PWD ਦੇ ਵਜ਼ੀਰ ਵਿਜੇਂਦਰ ਸਿੰਗਲਾ ਵੀ ਕਹਿੰਦੇ ਸੀ ਦਲਵੀਰ ਤੂੰ ਕੀ ਕਰੀ ਜਾਂਦਾ, ਤੂੰ ਜਾਣਦਾ। ਉਹਨੇ ਕਹਿਣਾ ਮੈਂ ਲੋਕਾਂ ਨਾਲ ਖੜਾ। ਜੀ ਉਹਦੀ ਵਾਈਫ ਹੈ ਜਿਹੜੀ ਉਹਦੀ ਸ਼ਰੀਕੇ ਹਯਾਤ ਹੈ ਬੀਬੀ ਸਿਮਰਤ ਖੰਗੂੜਾ, ਉਹ ਵੀ ਬੜੀ ਮਤਲਬ ਜਿਹੜੀ ਹੈਗੀ ਹੈ ਧਾਰਮਿਕ ਵੀ ਹੈ ਔਰ ਜੀ। ਮੁਹਿੰਮਬਾਜ਼ ਵੀ ਬਹੁਤ ਤਕੜੀ ਹੈ। ਗਰੀਬ ਗੁਰਬੇ ਦੇ ਉਹ ਕੰਮ ਵੀ ਆਉਂਦੀ ਹੈ, ਗਰੀਬ ਗੁਰਬੇ ਦੇ ਨਾਲ ਜਾ ਕੇ ਖੜਦੀ ਵੀ ਹੈ। ਕਾਂਗਰਸ ਪਾਰਟੀ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹਦੀ ਜਿਹੜੀ ਹੈਗੀ ਸਿੱਖੀ ਦੇ ਨਾਲ ਪ੍ਰਤੀਬੱਧਤਾ ਵੀ ਉਵੇਂ ਦੀ ਉਵੇਂ ਬਰਕਰਾਰ ਹੈਗੀ। ਅੱਛਾ ਜੀ ਕਾਂਗਰਸ ਪਾਰਟੀ ਨੇ ਉਹਨੂੰ ਮੈਦਾਨ ਦੇ ਵਿੱਚ ਲਿਆਂਦਾ ਹੈ। ਹਾਲਾਂਕਿ ਭਗਵੰਤ ਸਿੰਘ ਮਾਨ ਉਹਨੂੰ ਪਿਛਲੀ ਵਾਰੀ ਕਾਫੀ ਜ਼ਿਆਦਾ ਵੋਟਾਂ ਨਾਲ ਹਰਾ ਕੇ ਧੂਰੀ ਤੋਂ ਜਿੱਤ ਕੇ ਆਏ ਸੀ, ਲੇਕਿਨ ਸਥਿਤੀ ਦਾ ਬਦਲੀ ਪਤਾ ਨਹੀਂ ਕੋਈ ਲੱਗਦਾ ਹੁੰਦਾ। ਬਿਲਕੁਲ ਜੀ ਹੁਣ ਕਿਉਂਕਿ ਬਹੁਤ ਕੁਝ ਬਦਲ ਗਿਆ ਕਾਂਗਰਸ ਪਾਰਟੀ ਦਾ, ਮੈਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਕਾਂਗਰਸ ਪਾਰਟੀ ਦੇ ਵੱਡੇ ਟੋਪ ਟਰੰਕ ਜਿਨ੍ਹਾਂ ਨੇ ਬੜੇ ਮਲਾਈਦਾਰ ਅਹੁਦੇ ਰੱਖੇ ਹੈ, ਕਮਾਈਆਂ ਵੀ ਡਾਢੀਆਂ ਕੀਤੀਆਂ, ਜੀ ਉਹਨਾਂ ਨੂੰ ਕਿਹਾ ਸੀ ਕਿ ਲੜੋ ਸੰਗਰੂਰ ਤੇ ਸਭ ਨੇ ਹੱਥ ਚੱਕਦੇ ਜੀ ਅਸੀਂ ਨਹੀਂ ਲੜ ਸਕਦੇ। ਅੱਛਾ ਜੀ ਦਲਵੀਰ ਗੋਲਡੀ ਨੂੰ ਕਿਹਾ ਵੀ ਲੜੋ ਸੰਗਰੂਰ, ਉਹ ਕਹਿੰਦਾ ਸਿਪਾਹੀ ਦਾ ਕੰਮ ਕੀ ਹੈ ਲੜਨਾ, ਹੁਕਮ ਹੋ ਗਿਆ ਹਾਈ ਕਮਾਂਡ ਦਾ, ਮੈਂ ਲੜੂੰਗਾ ਜੋ ਹੋਵੇ ਸੋ। ਸੋ ਲੜਾਈ ਦੇ ਵਿੱਚ ਉਹ ਲੜਾਈ ਬੜੀ ਦਿਲਚਸਪ ਬਣ ਗਈ ਹੈ ਸੰਗਰੂਰ ਬਿਲਕੁਲ ਸੀਟ ਦੀ। ਗਾਹੇ ਬਗਾਹੇ ਆਪਾਂ ਇੱਥੇ ਗੱਲਾਂ ਕਰਦੇ ਰਵਾਂਗੇ, ਮੈਂ ਜ਼ਰੂਰ ਜਾਊਂਗਾ, ਦੇਖਾਂਗੇ ਜਾ ਕੇ। ਪਰ ਮੇਰੀ ਜਿਹੜੀ ਮੈਨੂੰ ਜਾਪਦੀ ਹੈ ਕਿ ਲੜਾਈ ਬੜੀ ਦਿਲਚਸਪ ਹੋਊਗੀ ਜੀ ਇਹ ਠੀਕ ਹੈ। ਅੱਜ ਦੀ ਘੜੀ ਸਾਰੀ ਦੁਨੀਆ ਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਹੱਥ ਉੱਪਰ ਹੈ, ਕਿਉਂਕਿ ਹਾਲੀਆ ਵਿੱਚ 3 ਮਹੀਨੇ ਪਹਿਲਾਂ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਸੂੰਝਾ ਫਿਰਿਆ ਸੰਗਰੂਰ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੇ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਭਗਵੰਤ ਸਿੰਘ ਮਾਨ ਉੱਥੇ ਬੜਾ ਮਕਬੂਲ ਹੈ, ਉਹਦੀ ਮਸ਼ਹੂਰੀਅਤ ਬਹੁਤ ਹੈ। ਬਿਲਕੁਲ ਜੀ ਇਹ ਵੀ ਕੋਈ ਸ਼ੱਕ ਨਹੀਂ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਹੈ ਤੇ 2 ਵਜ਼ੀਰ ਉਹਦੇ ਨਾਲ ਹੋਰ ਆ ਉਸ ਹਲਕੇ ਦੇ। ਇੱਕ ਜਿਹੜੇ ਜੀ। ਹਮੀਤ ਹੇਅਰ ਹੈ ਬਰਨਾਲੇ ਤੋਂ, ਐਜੂਕੇਸ਼ਨ ਬਿਲਕੁਲ ਜੀ। ਮਿਨਿਸਟਰ ਹੈ,
ਜੀ ਦੂਜੇ ਜਿਹੜੇ ਹੈਗੇ ਆਪਣੇ ਚੀਮਾ ਸਾਹਿਬ ਹੈ, ਬਿਲਕੁਲ ਜੀ ਉਹ ਵਿੱਤ ਮੰਤਰੀ ਹੈ। ਉਹ ਤਿੰਨ ਬੰਦੇ ਇੱਕ ਹਲਕੇ ਦੇ ਵਿੱਚ, ਇੱਥੇ ਮੁੱਖ ਮੰਤਰੀ ਦਾ ਆਪਦਾ ਹਲਕਾ ਵਿੱਚ ਉਹਨੇ ਸੀਟ ਆਪ ਖਾਲੀ ਕੀਤੀ ਹੋਵੇ, ਜ਼ੋਰ ਪੂਰਾ ਲਾਉਣਗੇ। ਲੇਕਿਨ ਬਿਲਕੁਲ ਜੀ। ਰਿਜ਼ਲਟ ਕੁਛ ਵੀ ਆਵੇ, ਲੇਕਿਨ ਇਸ ਰਿਜ਼ਲਟ ਦੇ ਵਿੱਚੋਂ ਪੰਜਾਬ ਦੀ ਜਿਹੜੀ ਭਵਿੱਖ ਦੀ ਤਸਵੀਰ ਹੈ ਉਹ ਵੀ ਸਾਫ਼ ਹੋ ਜਾਣੀ ਹੈ। ਜੀ ਬਿਲਕੁਲ ਜੀ। ਸੋ ਬਹੁਤ ਹੀ ਰੌਚਕ ਜਿਹੜੀ ਹੈ ਇਹ ਚੋਣ ਹੋਣ ਜਾ ਰਹੀ ਹੈ। ਸੋ ਦੇਖਦੇ ਹਾਂ ਇਸ ਚੋਣ ਦੇ ਵਿੱਚ ਭਵਿੱਖ ਦੇ ਵਿੱਚ ਤੁਹਾਨੂੰ ਦੇਖਣ ਨੂੰ ਕੀ ਮਿਲਦਾ ਹੈ। ਅਤੇ ਇਸ ਦੇ ਨਾਲ ਹੀ ਹੁਣ ਆਪਾਂ ਆਖਰੀ ਖਬਰ ਲੈਣੀ ਚਾਹਾਂਗੇ, ਉਹ ਹੈ ਜੀ ਭਾਜਪਾ ਵੱਲੋਂ ਕੁਝ ਆਪਣੇ ਜਿਹੜੇ ਦੋ ਸਪੋਕਸ ਪਰਸਨ ਹੈ ਜਿਹੜੇ ਉਹਨਾਂ ਨੂੰ ਜਿਹੜਾ ਹੈ ਸਸਪੈਂਡ ਕੀਤਾ ਗਿਆ ਹੈਗਾ। ਸੋ ਇਹ ਇਹਨਾਂ ਸਸਪੈਂਸ਼ਨ ਕਿਉਂ ਕਰਨੇ ਪਏ, ਉਹਨਾਂ ਵੱਲੋਂ ਕੁਝ ਜਿਹੜੇ ਹੈਗੇ ਨੇ ਬਿਆਨ ਵੀ ਇਹੋ ਜਿਹੇ ਦਿੱਤੇ ਗਏ ਸਨ। ਅਸਲ ਦੇ ਵਿੱਚ ਇੱਕ ਨੈਸ਼ਨਲ ਟੀਵੀ ਸੀ, ਤੇ ਉਸ ਨੈਸ਼ਨਲ ਟੀਵੀ ਦੇ ਉੱਤੇ ਜਿਵੇਂ ਆਮ ਬਹਾ ਲੈਂਦੇ ਵੱਖ-ਵੱਖ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ, ਤੇ ਉਹਨਾਂ ਦੀ ਡਿਬੇਟ ਕਰਾਉਂਦੇ ਹੁੰਦੇ ਆ ਟੀਵੀ ਬਿਲਕੁਲ ਜੀ। ਉਸ ਡਿਬੇਟ ਦੇ ਵਿੱਚ ਇੱਕ ਬੀਬੀ ਹੈ ਨੂਪੁਰ ਸ਼ਰਮਾ ਜੀ, ਉਹ ਇਹਨਾਂ ਦੀ ਨੈਸ਼ਨਲ ਸਪੋਕਸ ਪਰਸਨ ਹੈ ਭਾਰਤੀ ਜਨਤਾ ਪਾਰਟੀ ਦੀ। ਉਹਨੇ ਮੁਹੰਮਦ ਸਾਹਿਬ, ਪੈਗੰਬਰ ਮੁਹੰਮਦ ਸਾਹਿਬ, ਜੀ ਉਹਨਾਂ ਦੇ ਬਾਰੇ ਕੁਝ ਇਤਰਾਜ਼ਯੋਗ ਟਿੱਪਣੀਆਂ ਕਰਤੀਆਂ। ਉਹਨਾਂ ਜੀ। ਇਤਰਾਜ਼ਯੋਗ ਟਿੱਪਣੀਆਂ ਦਾ ਪ੍ਰਤੀਕਰਮ ਇਹ ਹੋਇਆ ਕਿ ਕਾਨਪੁਰ ਦੇ ਵਿੱਚ ਕੁਝ ਲੋਕ ਸੜਕਾਂ ਤੇ ਉਤਰ ਆਏ ਔਰ ਅੱਛਾ ਉੱਥੇ ਜੀ। ਆ ਕੇ ਇੱਕ ਦੰਗੇ ਦੀ ਸਥਿਤੀ ਬਣ ਗਈ। ਪੱਥਰਬਾਜ਼ੀ ਜੀ। ਹੋਈ, ਡਲੇਬਾਜ਼ੀ ਹੋਈ, ਫਾਇਰਿੰਗ ਵਗੈਰਾ ਵੀ ਹੋਈ। ਪੁਲਿਸ ਨੂੰ ਵੀ ਤਾਕਤ ਦੀ ਵਰਤੋਂ ਕਰਨੀ ਪਈ। ਕਾਫੀ ਸਾਰੇ ਲੋਕ ਗ੍ਰਿਫਤਾਰ ਵੀ ਹੋਏ। ਹੁਣ ਜਿਹੜੇ ਲੋਕ ਗ੍ਰਿਫਤਾਰ ਹੋਏ, ਜਦੋਂ ਦੰਗਾ ਹੁੰਦਾ ਜਾਂ ਦੰਗੇ ਵਰਗੇ ਹਾਲਾਤ ਹੁੰਦੇ ਹੈ, ਲੜਾਈ ਹੁੰਦੀ ਹੈ, ਤਾਂ ਉਹ ਇਕੱਲੇ ਬੰਦੇ ਦੀ ਲੜਾਈ ਨਹੀਂ ਹੁੰਦੀ, ਦੋ ਜਣਿਆਂ ਦੀ ਹੁੰਦੀ ਹੈ। ਬਿਲਕੁਲ ਆਪਣੀ ਜੀ। ਕਹਾਵਤ ਹੈ ਕਿ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਹੁੰਦੀ, ਦੋਨੇ ਹੱਥਾਂ ਨਾਲ ਤਾੜੀ ਵੱਜਦੀ ਹੈ। ਯਕੀਨਨ ਜੀ। ਜੰਗ ਦੇ ਵਿੱਚ ਜੇ ਲੜਾਈ ਦੇ ਵਿੱਚ ਤਾਂ ਫਿਰ ਦੋਨੋਂ ਭਾਗ ਹੋਣਗੇ। ਲੇਕਿਨ ਇੰਟਰਸਟਿੰਗ ਦੇਖੋ ਤੁਸੀਂ, ਉੱਥੇ ਵੀ ਜਿਹੜੇ ਲੋਕ ਫੜੇ ਗਏ, ਫੜੇ ਮੁਸਲਮਾਨ ਗਏ, ਅੱਛਾ ਜੀ। ਹਿੰਦੂ ਧਰਮ ਦਾ ਕੋਈ ਬੰਦਾ ਉੱਥੇ ਫੜਿਆ ਨਹੀਂ ਗਿਆ। ਜਿਹੜੇ ਉਹ ਵੀ ਗੜਬੜ ਕਰਨ ਦੇ ਵਿੱਚ ਸ਼ਾਮਲ ਸੀ। ਜਿਹੜੀਆਂ ਆਜ਼ਾਦਾਨਾ ਰਿਪੋਰਟਾਂ ਆ ਰਹੀਆਂ ਮੀਡੀਆ ਦੀਆਂ, ਉਹ ਕਹਿੰਦੇ ਦੋਨੇ ਤਰ੍ਹਾਂ ਦੀ ਲੜਾਈ ਹੋਈ ਹੈ। ਖੈਰ ਉਹ ਹੋਈ ਕੀਤੀ। ਉਸ ਤੋਂ ਬਾਅਦ ਇੱਕ ਨਵੀਨ ਜਿੰਦਲ ਹੈ, ਉਹ ਬੀਜੇਪੀ ਦਾ ਦਿੱਲੀ ਦਾ ਇੰਚਾਰਜ ਹੈ ਮੀਡੀਆ ਅੱਛਾ ਦਾ, ਜੀ। ਜਾਂ ਜੀ। ਸਪੋਕਸ ਪਰਸਨ ਲਾ ਲਓ। ਉਹਨੇ ਵੀ ਜੋ ਕੁਛ ਉਹ ਬੀਬੀ ਨੂਪੁਰ ਸ਼ਰਮਾ ਨੇ ਕਿਹਾ ਸੀ ਉਹੀ ਕੁਛ ਕਹਿਤਾ। ਠੀਕ ਪਹਿਲੇ ਹੈ ਪੜਾਅ ਜੀ। ਦੇ ਵਿੱਚ ਤਾਂ ਨੂਪੁਰ ਸ਼ਰਮਾ ਨੇ ਕਹਿਤਾ, ਕਹਿੰਦੀ ਜੀ ਮੇਰੀ ਤਾਂ ਜਿਹੜੀ ਹੈਗੀ ਹੈ ਜਿਹੜੀ ਉਹ ਆਡੀਓ ਜਾਂ ਵੀਡੀਓ ਹੈ, ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਮੈਂ ਤਾਂ ਗੱਲ ਹੀ ਨਹੀਂ ਕਹੀ। ਅੱਛਾ ਜੀ। ਹੁਣ ਉਹਦਾ ਨਤੀਜਾ ਇਹ ਹੋ ਗਿਆ ਕਿ ਉਹਨਾਂ ਨੂੰ ਸਸਪੈਂਡ ਕਿਉਂ ਕੀਤਾ, 6 ਸਾਲ ਵਾਸਤੇ ਦੋਨੇ ਸਸਪੈਂਡ ਕਰਤੇ। ਅੱਛਾ ਜੀ। ਤੁਹਾਨੂੰ ਹੈਰਾਨੀ ਨਹੀਂ ਹੋਈ ਕਿ ਭਾਰਤੀ ਜਨਤਾ ਪਾਰਟੀ ਦੇ ਸਪੋਕਸ ਪਰਸਨ ਹੋਣ ਬਿਲਕੁਲ ਔਰ ਜੀ। ਉਹ ਸਪੋਕਸ ਪਰਸਨ ਮੁਸਲਮਾਨ ਪੈਗੰਬਰ ਸਾਹਿਬ ਦੇ ਬਾਰੇ ਕੋਈ ਇਤਰਾਜ਼ਯੋਗ ਟਿੱਪਣੀ ਕਰ ਦੇਣ, ਤੇ ਜਿਹੜੀ ਪਾਰਟੀ ਆਪਣੇ ਆਪ ਨੂੰ ਹਿੰਦੂਤਵ ਦੀ ਮਦਈ ਸਮਝਦੀ ਹੈ, ਉਹ ਪਾਰਟੀ ਉਹਨਾਂ ਨੂੰ ਸਸਪੈਂਡ ਕਿਉਂ ਕਰਦੀ ਹੈ? ਬਿਲਕੁਲ ਜੀ। ਉਹ ਬਹੁਤ ਹੈਰਾਨੀ ਵਾਲੀ ਗੱਲ ਹੈ। ਕਰਨਾ ਕੀਤਾ ਨਹੀਂ, ਕਰਨਾ ਪੈ ਗਿਆ। ਤੇ ਜੀ। ਕਰਨਾ ਇਸ ਕਰਕੇ ਪੈ ਗਿਆ ਕਿ ਖਾੜੀ ਦੇ ਦੇਸ਼ਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਹਦੇ ਤੇ ਪ੍ਰਤੀਕਰਮ ਹੋਣੇ ਸ਼ੁਰੂ ਹੋ ਗਏ। ਜੀ ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਤੇ ਖਾੜੀ ਦੇ ਵਿੱਚ ਇੱਕ ਬੜਾ ਪਪੂਲਰ ਟੀਵੀ ਚੈਨਲ ਆ ਅਲ ਜਜ਼ੀਰਾ। ਬਿਲਕੁਲ ਜੀ। ਅਲ ਜਜ਼ੀਰਾ ਨੇ ਇਸ ਮਾਮਲੇ ਨੂੰ ਚੁੱਕਿਆ ਤੇ ਅਲ ਜਜ਼ੀਰਾ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਬਹੁਤ ਕਰੀਬੀ ਆਗੂ ਨੇ ਇਹ ਗੱਲ ਕਹੀ ਹੈ। ਅੱਛਾ ਜੀ। ਜਦੋਂ ਉਹਨੇ ਕਹਿਤਾ ਕਿ ਇਹ ਬਹੁਤ ਕਰੀਬੀ ਆਗੂ ਨੇ ਕਿਹਾ, ਫਿਰ ਕਤਰ, ਯਮਨ ਤੇ ਤੁਹਾਡੇ ਜਿਹੜੇ ਹੈਗੇ ਸਾਊਦੀ ਅਰਬ ਵਗੈਰਾ, ਜਿਨ੍ਹਾਂ ਦੇ ਨਾਲ ਸਾਡੇ ਰਿਲੇਸ਼ਨ ਬੜੇ ਸ਼ਾਨਦਾਰ ਹੈ, ਬਿਲਕੁਲ ਜੀ। ਜਿਨ੍ਹਾਂ ਦੇ ਨਾਲ ਸਾਡਾ ਬੜਾ ਲੈਣ ਦੇਣ ਹੈਗਾ, ਵਪਾਰ ਜੀ। ਵੀ ਸਾਡਾ ਚੱਲਦਾ ਹੈ। ਕਈ ਵਾਰਾਂ 'ਚ ਆਪਾਂ ਇਹ ਦੇਖਿਆ ਕਿ ਜਿਹੜੇ ਇਹ OIC ਦੇ ਦੇਸ਼ ਹੈ, ਇਸਲਾਮਿਕ ਸਹਿਯੋਗੀ ਦੇਸ਼, ਇਹ ਕਈ ਵਾਰੀ ਪਾਕਿਸਤਾਨ ਦੀ ਬਜਾਏ ਭਾਰਤ ਦੀ ਵੀ ਹਮਾਇਤ ਕਰ ਜਾਂਦੇ ਹੁੰਦੇ ਬਿਲਕੁਲ ਕਈ ਜੀ। ਮਾਮਲੇ ਦੇ ਉੱਤੇ। ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਬੜਾ ਪ੍ਰੋਟੈਸਟ ਹੋਣਾ ਸ਼ੁਰੂ ਹੋ ਗਿਆ। ਕਈ ਜਿਹੜੀਆਂ ਸਰਕਾਰਾਂ ਨੇ ਆਪਣਾ ਪ੍ਰੋਟੈਸਟ ਭਾਰਤ ਸਰਕਾਰ ਕੋਲ ਡਾਇਰੈਕਟ ਭੇਜਿਆ। ਕਈਆਂ ਨੇ ਸਾਡੇ ਦੂਤਾਂ ਨੂੰ ਆਪਣੇ ਦਫ਼ਤਰਾਂ ਦੇ ਵਿੱਚ ਬੁਲਾ ਕੇ ਜਿਹੜਾ ਹੈਗਾ ਉਹਨਾਂ ਨੂੰ ਕਿਹਾ, ਇਤਰਾਜ਼ ਕੀਤਾ ਵੀ ਇਹ ਸਾਰਾ ਕੁਝ ਕਿਉਂ ਹੋ ਰਿਹਾ। ਜੀ ਇਹ ਦੇਖਿਆ ਜਦੋਂ ਭਾਰਤ ਸਰਕਾਰ ਨੇ ਕਿ ਇੱਕ ਬਹੁਤ ਵੱਡਾ ਜਿਹੜਾ ਹੈਗਾ ਸਾਡੇ ਕੋਲ ਜਿਹੜਾ ਇਸਲਾਮਿਕ ਕੈਂਪ ਹੈ, ਜੇ ਇਸਲਾਮਿਕ ਕੈਂਪ ਸਾਰਾ ਸਾਡੇ ਵਿਰੋਧ 'ਚ ਖੜਾ ਹੋ ਗਿਆ, ਨਤੀਜਾ ਕੀ ਹੋਊਗਾ ਕਿ ਸਾਡਾ ਜਿਹੜਾ ਵਪਾਰ ਹੈ ਬੁਰੀ ਤਰ੍ਹਾਂ ਪ੍ਰਭਾਵਿਤ ਹੋਊਗਾ। ਖਾੜੀ ਦੇ ਦੇਸ਼ਾਂ ਦੇ ਵਿੱਚ ਸਾਡਾ ਬਹੁਤ ਸਮਾਨ ਜਾਂਦਾ ਹੈਗਾ, ਉਹ ਸਾਥੋਂ ਸਮਾਨ ਖਰੀਦਦੇ, ਅਸੀਂ ਉਹਨਾਂ ਤੋਂ ਖਰੀਦਦੇ। ਉਹਦੇ ਨਾਲ ਸਾਡੀ ਆਰਥਿਕਤਾ ਪ੍ਰਭਾਵਿਤ ਹੋਊਗੀ। ਆਰਥਿਕਤਾ ਆਪਣੀ ਪਹਿਲਾਂ ਨੋਟਬੰਦੀ ਨਾਲ, ਤੇ ਫਿਰ ਜਿਹੜੀ ਹੈਗੀ ਕਰੋਨਾ ਦੀ ਮਹਾਮਾਰੀ ਦੀ ਵਜ੍ਹਾ ਕਾਰਨ ਪਹਿਲਾਂ ਹੀ ਝੰਬੀ ਪਈ ਹੈ। ਤੇ ਜੇ ਇਹ ਵਿਰੋਧ ਇਵੇਂ ਹੀ ਰਿਹਾ ਤਾਂ ਇਹ ਹੋਰ ਵੀ ਜ਼ਿਆਦਾ ਟੁੱਟ ਜਾਣੀ ਸੀ। ਸੋ ਜਿਹੜਾ ਉਹ ਵਿਰੋਧ ਉੱਠ ਰਿਹਾ, ਉਸ ਵਿਰੋਧ ਨੂੰ ਠੰਡਾ ਕਰਨ ਵਾਸਤੇ 6 ਸਾਲਾਂ ਲਈ ਦੋਨਾਂ ਨੂੰ ਸਸਪੈਂਡ ਕਰ ਦਿੱਤਾ। ਇਹ ਤੋਂ ਬਾਅਦ ਇਹਦੇ 'ਚ ਹੋਰ ਕੁਛ ਨਹੀਂ। ਦੇਖਦੇ ਹਾਂ ਕਿ ਵਿਰੋਧ ਉਹਨਾਂ ਦਾ ਰੁਕਦਾ ਹੈ ਜਾਂ ਹੋਰ ਤਿੱਖਾ ਹੁੰਦਾ ਹੈ ਜੀ। ਇਹਦੇ ਤੇ ਕਾਂਗਰਸ ਪਾਰਟੀ ਦੇ ਸਪੋਕਸ ਪਰਸਨ ਹੈ ਪਵਨ ਖੇੜਾ। ਪਵਨ ਖੇੜਾ ਨੇ ਮੰਗ ਕੀਤੀ ਹੈ ਪ੍ਰਧਾਨ ਮੰਤਰੀ ਤੋਂ, ਕਹਿੰਦੇ ਪ੍ਰਧਾਨ ਮੰਤਰੀ ਇਹਦੇ ਤੇ ਜਿਹੜੇ ਹੈਗੇ ਹੈ ਉਹ ਮਾਫੀ ਮੰਗਣ ਦੇਸ਼ ਤੋਂ। ਕਹਿੰਦੇ ਪ੍ਰਧਾਨ ਮੰਤਰੀ ਨੇ ਅਜਿਹੇ ਲੋਕਾਂ ਨੂੰ ਟੋਕਿਆ ਨਹੀਂ, ਰੋਕਿਆ ਨਹੀਂ, ਜਿਹੜੇ ਲੋਕ ਇਸ ਕਿਸਮ ਦੀਆਂ ਵਹਿਸਾਂ ਕਰਵਾਉਂਦੇ, ਜਿਹੜੇ ਟੀਵੀ ਚੈਨਲ ਜ਼ਹਿਰ ਉਗਲਦੇ ਤੇ ਜ਼ਹਿਰ ਦੀ ਫਸਲ ਬੀਜਦੇ ਆ, ਉਹਨਾਂ ਨੂੰ ਨੱਥ ਨਾ ਪਾਉਣੀ।
ਸਪੋਕਸ ਪਰਸਨਸ ਜਿਹੜੇ ਹੈਗੇ ਆ, ਉਹਨਾਂ ਨੂੰ ਇਹ ਇਜਾਜ਼ਤ ਦੇ ਦੇਣੀ ਕਿ ਜੋ ਮਰਜ਼ੀ ਤੁਸੀਂ ਉਲ ਜਲੂਲ ਬੋਲੀ ਜਾਓ। ਉਹਦਾ ਨਤੀਜਾ ਹੋਇਆ, ਕਹਿੰਦੇ ਪਾਪ ਜਿਹੜਾ ਹੈਗਾ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਗੁਰਗਿਆਂ ਨੇ ਕੀਤਾ ਹੈ ਤੇ ਬਿਲਕੁਲ ਜੀ। ਉਹਦਾ ਖਮਿਆਜਾ ਸਾਰੇ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ। ਦੇਸ਼ ਨਾ ਮਾਫੀ ਮੰਗੇ, ਸਗੋਂ ਭਾਰਤੀ ਜਨਤਾ ਪਾਰਟੀ ਮਾਫੀ ਮੰਗੇ, ਕਿਉਂਕਿ ਗੁਨਾਹ ਉਹਨਾਂ ਨੇ ਕੀਤੇ। ਜੀ ਜੀ। ਸੋ ਬਹੁਤ ਹੀ ਅੱਜ ਦੀਆਂ ਸਾਰੀਆਂ ਹੀ ਖਬਰਾਂ ਬਹੁਤ ਅਹਿਮ ਸਨ, ਜਿਨ੍ਹਾਂ ਦੇ ਉੱਤੇ ਸਾਡੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਨੇ ਵਿਸਤਾਰ ਨਾਲ ਚਰਚਾ ਕੀਤੀ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਪਿਆਰੇ ਸਰੋਤਿਓ, ਇਹ ਸੀ ਪ੍ਰੋਗਰਾਮ ਦਾ ਪਹਿਲਾ ਹਿੱਸਾ ਤੇ ਸਾਰਿਆਂ ਨੂੰ ਅੱਜ ਬਹੁਤ ਹੀ ਰੌਚਕ ਲੱਗਿਆ ਹੋਏਗਾ, ਕਿਉਂਕਿ ਸਾਰੀਆਂ ਖਬਰਾਂ ਬਹੁਤ ਹੀ ਜਿਹੜੀਆਂ ਨੇ ਅਹਿਮ ਸਨ ਤੇ ਬਹੁਤ ਹੀ ਵਿਸਤਾਰ ਦੇ ਨਾਲ ਅਸੀਂ ਸਾਰੀ ਇਹ ਗੱਲਬਾਤ ਵੀ ਅੱਜ ਕੀਤੀ ਹੈ। ਇਸ ਦੇ ਨਾਲ ਹੀ ਹੁਣ ਵੇਲਾ ਹੋ ਗਿਆ ਜੀ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਅਸੀਂ ਮੁੜ ਹਾਜ਼ਰ ਹੋਵਾਂਗੇ। ਤੇ ਇੱਥੇ ਮੈਂ ਯਾਦ ਕਰਾ ਦਿਆਂ ਜੀ ਕਿ ਕੱਲ੍ਹ 5 ਜੂਨ ਨੂੰ ਵਾਤਾਵਰਨ ਦਿਵਸ ਸੀਗਾ, ਤੋਂ ਅਸੀਂ ਵਾਤਾਵਰਨ ਦਿਵਸ ਨੂੰ ਲੈ ਕੇ ਵੀ ਅੱਜ ਵਿਸ਼ੇਸ਼ ਗੱਲਬਾਤ ਕਰਨੀ ਹੈ ਜੀ। ਤੇ ਪ੍ਰੋਗਰਾਮ ਸਮਾਧਾਨ ਇਸੇ ਪ੍ਰਕਾਰ ਜਾਰੀ ਰਹੇਗਾ। ਫਿਲਹਾਲ ਅਸੀਂ ਲਵਾਂਗੇ ਜੀ ਇੱਕ ਬ੍ਰੇਕ, ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਇਸੇ ਪ੍ਰਕਾਰ ਹੀ। ਸ਼ਮਾਦਾਨ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇਨਸਪੈਕਸ਼ਨਸ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ, ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 ਜਾਂ ਫਿਰ ਕਾਲ ਕਰੋ 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਨ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care।